ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ। ਸੋ ਅੱਜ ਬੇਟਾ ਆਪਾਂ 8ਵੀਂ ਜਮਾਤ ਦੇ ਸਮਾਜਿਕ ਵਿਗਿਆਨ ਵਿੱਚੋਂ ਪਾਠ ਨੰਬਰ 21 ਰਾਸ਼ਟਰੀ ਅੰਦੋਲਨ ਇਸ ਬਾਰੇ ਪੜਾਂਗੇ। ਅੱਜ ਬੇਟਾ ਆਪਾਂ ਇਸ ਦਾ ਭਾਗ ਨੰਬਰ 1 ਪੜਾਂਗੇ। ਮੈਂ ਤੁਹਾਡਾ ਆਪਣਾ ਪੰਕਜ ਗੋਇਲ, ਸਮਾਜਿਕ ਸਿੱਖਿਆ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਰਨਾਲਾ। ਸੋ ਪਿਆਰੇ ਵਿਦਿਆਰਥੀਓ, ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਚੈਪਟਰ ਰਾਸ਼ਟਰੀ ਅੰਦੋਲਨ ਭਾਗ ਪਹਿਲਾ। ਸੋ ਪਿਆਰੇ ਬੱਚਿਓ, ਕਹਾਣੀ ਸ਼ੁਰੂ ਹੁੰਦੀ ਹੈ ਇਹ 1857 ਈਸਵੀ ਦੇ ਵਿਦਰੋਹ ਤੋਂ। ਬੇਟਾ ਇਸ ਵਿਦਰੋਹ ਨੂੰ ਭਾਰਤੀ ਇਤਿਹਾਸ ਦੇ ਵਿੱਚ ਭਾਰਤੀ ਇਤਿਹਾਸ ਦੀ ਆਜ਼ਾਦੀ ਦੀ ਪਹਿਲੀ ਲੜਾਈ ਵੀ ਆਖਿਆ ਜਾਂਦਾ ਹੈ। ਕੁਝ ਇਤਿਹਾਸਕਾਰ ਇਸ ਨੂੰ ਸੈਨਿਕ ਵਿਦਰੋਹ ਵੀ ਆਖਦੇ ਹਨ। ਨੋ ਡਾਊਟ ਅੰਗਰੇਜ਼ਾਂ ਨੇ ਇਹ ਵਿਦਰੋਹ ਨੂੰ ਕੁਚਲ ਦਿੱਤਾ, ਪਰ ਫਿਰ ਵੀ ਇਹ ਜਿਹੜਾ ਵਿਦਰੋਹ ਸੀ ਇਹਦੇ ਸਿੱਟੇ ਇਸ ਤਰ੍ਹਾਂ ਦੇ ਨਿਕਲੇ ਜਿਹਨੂੰ ਅਸੀਂ ਇੱਕ ਯੁੱਗ ਪਲਟਾਊ ਘਟਨਾ ਵੀ ਬੋਲ ਸਕਦੇ ਹਾਂ। ਸੋ 1857 ਈਸਵੀ ਵਿੱਚ ਭਾਰਤੀਆਂ ਨੇ ਕਈ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਸੈਨਿਕ, ਆਰਥਿਕ ਅਤੇ ਸੈਨਿਕ ਕਾਰਨਾਂ ਕਰਕੇ ਅੰਗਰੇਜ਼ੀ ਰਾਜ ਦੇ ਵਿਰੁੱਧ ਵਿਦਰੋਹ ਕੀਤਾ। ਇੱਕ ਵਿਦਰੋਹ ਕੀਤਾ, ਇੱਕ ਲੜਾਈ ਕੀਤੀ, ਆਪਣੀ ਰਿਜ਼ੈਂਟਮੈਂਟ ਸ਼ੋਅ ਕੀਤੀ। ਭਾਵੇਂ ਕਈ ਕਾਰਨਾਂ ਕਰਕੇ ਇਹ ਵਿਦਰੋਹ ਅਸਫਲ ਰਿਹਾ, ਪਰ ਇਸ ਦੇ ਬੜੇ ਦੂਰਗਾਮੀ ਸਿੱਟੇ ਨਿਕਲੇ, ਜਿਸ ਨੂੰ ਅਸੀਂ ਹੁਣੀ ਗੱਲ ਕਰਕੇ ਹਟੇ ਹਾਂ ਵੀ ਸਾਡੇ ਭਾਰਤ ਦੇ ਇਤਿਹਾਸ ਦੇ ਵਿੱਚ ਇਹ 1857 ਈਸਵੀ ਦੇ ਵਿਦਰੋਹ ਨੇ ਇੱਕ ਅਜਿਹਾ ਪਲੇਟਫਾਰਮ, ਇੱਕ ਅਜਿਹਾ ਰਸਤਾ ਸਾਨੂੰ ਦਿਖਾਇਆ ਜਿਹਦੇ ਵਿੱਚ ਅੱਗੇ ਜਾ ਕੇ ਅਸੀਂ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਸਫਲ ਰਹੇ। ਸੋ 1857 ਈਸਵੀ ਦੇ ਵਿਦਰੋਹ ਦਾ ਸਾਡੇ ਭਾਰਤ ਦੀ ਆਜ਼ਾਦੀ ਦੇ ਉੱਤੇ ਬੜਾ ਪ੍ਰਭਾਵ ਪਿਆ, ਲੋਕਾਂ ਦੇ ਮਨਾਂ ਉੱਤੇ ਬੜਾ ਪ੍ਰਭਾਵ ਪਿਆ। ਇਸ ਵਿਦਰੋਹ ਤੋਂ ਮਗਰੋਂ ਭਾਰਤ ਵਿੱਚ ਵੱਖ-ਵੱਖ ਸਥਾਨਾਂ ਉੱਤੇ ਬਹੁਤ ਸਾਰੀਆਂ ਰਾਜਨੀਤਿਕ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ। ਬੇਟਾ ਅੰਗਰੇਜ਼ਾਂ ਦਾ ਰਾਜ ਸੀ, ਉਹਨਾਂ ਤੋਂ ਭਾਰਤੀਆਂ ਨੂੰ ਕੁਝ ਰਾਈਟਸ ਦਿਵਾਉਣ ਵਾਸਤੇ, ਕੁਝ ਹੱਕ ਦਿਵਾਉਣ ਵਾਸਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ, ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਰਾਜਨੀਤਿਕ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਬੰਗਾਲ ਬ੍ਰਿਟਿਸ਼ ਇੰਡੀਅਨ ਸੁਸਾਇਟੀ, ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ, ਬੰਬੇ ਪ੍ਰੈਜ਼ੀਡੈਂਸੀ ਐਸੋਸੀਏਸ਼ਨ। ਇਹ ਤਾਂ ਕੁਝ ਚਾਰ ਨਾਮ ਨੇ। ਇਹ ਤੋਂ ਬਿਨਾਂ ਹੋਰ ਵੀ ਕਈ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ। ਇਹਨਾਂ ਸੰਸਥਾਵਾਂ ਦਾ ਜਿਹੜਾ ਮੁੱਖ ਮਕਸਦ ਸੀ ਬੇਟਾ, ਉਹ ਅੰਗਰੇਜ਼ੀ ਸਰਕਾਰ, ਉਸ ਸਮੇਂ ਅੰਗਰੇਜ਼ਾਂ ਦੀ ਹਕੂਮਤ ਚੱਲਦੀ ਸੀ ਭਾਰਤ ਦੇ ਉੱਤੇ, ਅੰਗਰੇਜ਼ੀ ਸਰਕਾਰ ਕੋਲੋਂ ਭਾਰਤੀ ਰਾਜ ਪ੍ਰਬੰਧ ਵਿੱਚ ਕੁਝ ਸੁਧਾਰ ਕਰਨਾ। ਉਹਨਾਂ ਦਾ ਰਾਜ ਪ੍ਰਬੰਧ ਇੰਨਾ ਜ਼ਿਆਦਾ ਸੀ ਵੀ ਉਹ ਸਿਰਫ ਆਪਦੇ ਬਾਰੇ ਸੋਚਦੇ ਸੀ। ਸੋ ਇਹਨਾਂ ਸੰਸਥਾਵਾਂ ਦੇ ਰਾਹੀਂ ਉਹਨਾਂ ਸਰਕਾਰ ਦੇ ਉੱਤੇ ਪ੍ਰਭਾਵ ਪਾਇਆ ਜਾਵੇ, ਉਹਨਾਂ ਨੂੰ ਮਜਬੂਰ ਕੀਤਾ ਜਾਵੇ ਵੀ ਉਹ ਆਪਣੇ ਰਾਜ ਪ੍ਰਬੰਧ ਦੇ ਵਿੱਚ ਕੁਝ ਸੁਧਾਰ ਕਰਨ। ਭਾਰਤੀ ਲੋਕਾਂ ਲਈ ਕੁਝ ਰਾਜਨੀਤਿਕ ਅਧਿਕਾਰ ਪ੍ਰਾਪਤ ਕਰਨਾ। ਇਹ ਐਸੋਸੀਏਸ਼ਨਸ ਦਾ, ਇਹਨਾਂ ਸੰਸਥਾਵਾਂ ਦਾ, ਇਹਨਾਂ ਕਮੇਟੀਆਂ ਦਾ, ਇਹਨਾਂ ਜੋ ਵੀ ਇਹ ਆਰਗੇਨਾਈਜੇਸ਼ਨਸ ਬਣਾਈਆਂ ਗਈਆਂ ਸੀ, ਇਹਨਾਂ ਦਾ ਮੁੱਖ ਮਕਸਦ ਇਹੀ ਸੀ ਵੀ ਅਸੀਂ ਭਾਰਤ ਦੇ ਲੋਕਾਂ ਲਈ ਕੁਝ ਰਾਈਟਸ ਲਈਏ, ਉਹਨਾਂ ਦੀ ਜੂਨ ਜਿਹੜੀ ਕਹਿੰਦੀ ਵੀ ਉਹਨੂੰ ਥੋੜ੍ਹਾ ਜਿਹਾ ਸੁਧਾਰ ਕਰੀਏ। ਹੁਣ ਆਪਾਂ 1857 ਈਸਵੀ ਬਾਰੇ ਗੱਲ ਕਰਕੇ ਚੁੱਕੇ ਹਾਂ। ਇਸ ਨੂੰ ਜਦੋਂ ਅੰਗਰੇਜ਼ਾਂ ਨੇ ਦਬਾ ਦਿੱਤਾ, ਪਰ ਇਹਦਾ ਇੱਕ ਮਹੱਤਵਪੂਰਨ ਸਿੱਟਾ ਜਿਹੜਾ ਨਿਕਲਿਆ, ਜਿਹੜਾ ਇਹ ਰਿਜ਼ਲਟ ਨਿਕਲਿਆ, ਪੋਜ਼ਿਟਿਵ ਸਕਾਰਾਤਮਕ ਜਿਹੜਾ ਰਿਜ਼ਲਟ ਨਿਕਲਿਆ, ਉਹ ਨਿਕਲਿਆ ਬੇਟਾ ਭਾਰਤੀ ਲੋਕਾਂ ਦਾ ਇਕਜੁੱਟ ਹੋ ਜਾਣਾ। ਵੀ ਆਰ ਵਨ, ਵੀ ਆਰ ਇੰਡੀਅਨ। ਅਸੀਂ ਸੋਚਣ ਲੱਗ ਗਏ ਵੀ ਮੈਂ ਪੰਜਾਬੀ, ਗੁਜਰਾਤੀ, ਹਿਮਾਚਲੀ, ਹਰਿਆਣਵੀ, ਬੰਗਾਲੀ, ਇਹ ਤੋਂ ਉੱਪਰ ਉੱਠ ਕੇ ਅਸੀਂ ਸੋਚਣ ਲੱਗ ਗਿਆ ਵੀ ਮੈਂ ਭਾਰਤੀ, ਵੀ ਆਰ ਇੰਡੀਅਨ। ਅਸੀਂ ਭਾਰਤ ਦੇ ਵਾਸੀ ਹਾਂ। ਅਸੀਂ ਇੱਕ ਸੂਬੇ ਨੂੰ ਛੱਡ ਕੇ ਇੱਕ ਦੇਸ਼ ਬਾਰੇ ਪਹਿਲੀ ਵਾਰ ਸੋਚਣ ਸ਼ੁਰੂ ਕੀਤਾ। ਇਹ ਸਿੱਟਾ ਨਿਕਲਿਆ ਸੀ, ਸਾਨੂੰ ਇਕੱਠਾ ਹੋਣ ਦਾ ਮੌਕਾ ਦਿੱਤਾ ਸੀ 1857 ਈਸਵੀ ਦੇ ਵਿਦਰੋਹ ਨੇ। 19ਵੀਂ ਸਦੀ ਦੇ ਦੂਜੇ ਮੱਧ ਦੇ ਵਿੱਚ ਭਾਰਤੀ ਲੋਕਾਂ ਦੇ ਮਨ ਦੇ ਵਿੱਚ ਰਾਸ਼ਟਰੀ ਚੇਤਨਾ ਦਾ ਪੈਦਾ ਹੋਣਾ, ਇਹ ਸਭ ਤੋਂ ਵੱਡਾ ਸਿੱਟਾ ਸੀ 1857 ਈਸਵੀ ਦੇ ਵਿਦਰੋਹ ਦਾ, ਜਿਹੜਾ ਭਾਰਤ ਵਾਸਤੇ ਇੱਕ ਸਕਾਰਾਤਮਕ ਪੱਖ ਸੀ। ਹੁਣ ਆਪਾਂ ਗੱਲ ਕਰਦੇ ਹਾਂ ਰਾਸ਼ਟਰੀ ਚੇਤਨਾ ਬਾਰੇ। ਸੋ ਰਾਸ਼ਟਰੀ ਚੇਤਨਾ ਕੀ ਹੁੰਦੀ ਹੈ ਬੇਟਾ? ਦੇਖੋ, ਆਪਾਂ ਹੁਣੀ ਗੱਲ ਕਰਕੇ ਹਟੇ ਹਾਂ ਵੀ ਮੈਂ ਪੰਜਾਬੀ ਹਾਂ, ਮੈਂ ਹਰਿਆਣਵੀ ਹਾਂ, ਮੈਂ ਗੁਜਰਾਤ 'ਚ ਰਹਿਣਾ ਵਾਲਾ ਗੁਜਰਾਤੀ ਹਾਂ, ਮੈਂ ਮੱਧ ਪ੍ਰਦੇਸ਼ ਰਹਿਣਾ, ਮੈਂ ਬੰਗਾਲ 'ਚ ਰਹਿਣਾ, ਮੈਂ ਕੇਰਲ 'ਚ ਰਹਿਣਾ। ਜੇ ਆਪਾਂ ਇਹ ਚੀਜ਼ ਨੂੰ ਹਟ ਕੇ ਇਹ ਕਹੀਏ ਵੀ ਮੈਂ ਭਾਰਤ ਦਾ ਵਾਸੀ ਹਾਂ, ਜਦੋਂ ਅਸੀਂ ਇੱਕ ਭਾਰਤ ਦੀ ਗੱਲ ਕਰਦੇ ਹਾਂ, ਆਪਣੇ ਰਾਜ ਨੂੰ ਉੱਪਰ ਉੱਠ ਕੇ ਦੇਸ਼ ਦੀ ਗੱਲ ਕਰਦੇ ਹਾਂ, ਅਜਿਹੀ ਭਾਵਨਾ ਜਿਹੜੀ ਸਾਡੇ ਮਨ ਦੇ ਵਿੱਚ ਆਉਂਦੀ ਹੈ, ਉਸ ਨੂੰ ਅਸੀਂ ਰਾਸ਼ਟਰੀ ਚੇਤਨਾ ਜਾਂ ਰਾਸ਼ਟਰੀ ਭਾਵਨਾ ਬੋਲਦੇ ਹਾਂ। ਕਹਿੰਦੇ ਰਾਸ਼ਟਰੀ ਚੇਤਨਾ ਤੋਂ ਭਾਵ ਕਿਸੇ ਰਾਸ਼ਟਰ ਦੇ ਨਾਗਰਿਕਾਂ ਦੇ, ਉੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਵਿੱਚ, ਵਸਿੰਦਿਆਂ ਦੇ ਵਿੱਚ ਪਾਈ ਜਾਣ ਵਾਲੀ ਉਹ ਭਾਵਨਾ, ਉਹ ਸਪਿਰਿਟ ਹੈ, ਉਹ ਅੰਦਰੂਨੀ ਇੱਕ ਤਾਕਤ ਹੈ, ਜਿਸ ਤੋਂ ਉਹਨਾਂ ਨੂੰ ਇਹ ਅਨੁਭਵ ਹੋਵੇ ਕਿ ਉਹ ਸਾਰੇ ਇੱਕ ਰਾਸ਼ਟਰ ਨਾਲ ਸੰਬੰਧ ਰੱਖਦੇ ਹਨ, ਜਿਵੇਂ ਕਿ ਅਸੀਂ ਸਾਰੇ ਭਾਰਤੀਆਂ ਹਾਂ। ਇਸ ਤਰ੍ਹਾਂ ਦੀ ਸਪਿਰਿਟ ਸਾਡੇ ਵਿੱਚ 1857 ਈਸਵੀ ਦੇ ਵਿਦਰੋਹ ਤੋਂ ਮਗਰੋਂ ਸਾਡੇ ਮਨਾਂ ਦੇ ਵਿੱਚ ਪੈਦਾ ਹੋਈ, ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਕਜੁੱਟ ਕੀਤਾ ਅਤੇ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ
ਇੱਕ ਅਹਿਮ ਭੂਮਿਕਾ ਬੇਟਾ ਇਸ ਸਪਿਰਿਟ ਦੀ, ਇਹ ਰਾਸ਼ਟਰੀ ਭਾਵਨਾ ਦੀ ਬੜੀ ਜ਼ਿਆਦਾ ਜ਼ਰੂਰਤ ਹੈ, ਜਿਸ ਦੇ ਨਾਲ ਅਸੀਂ ਮਨਾਂ ਦੇ ਵਿੱਚ ਇਕਜੁੱਟ ਹੋ ਕੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਲੜੇ। ਭਾਰਤੀ ਲੋਕਾਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਹੋਣ ਦੇ ਕਈ ਕਾਰਨ ਸਨ, ਜਿਨ੍ਹਾਂ ਦੇ ਪ੍ਰਮੁੱਖ ਕਾਰਨ ਆਪਾਂ ਇਸ ਪ੍ਰਕਾਰ ਨੇ ਆਪਾਂ ਪੜ੍ਹਾਂਗੇ। ਸੋ ਦੇਖੋ ਬੇਟਾ, ਹਿੰਦੂ, ਮੁਸਲਿਮ, ਸਿੱਖ, ਈਸਾਈ ਜਾਂ ਹਰਿਆਣਵੀ, ਪੰਜਾਬੀ, ਗੁਜਰਾਤੀ, ਬੰਗਾਲੀ, ਇਹ ਸਾਰੇ ਜਦੋਂ ਇਕੱਠੇ ਹੋਏ, ਜਦੋਂ ਇਹਨਾਂ ਨੇ ਇੱਕ ਭਾਰਤ ਦੀ ਗੱਲ ਕੀਤੀ, ਤਾਂ ਇਹਦੇ ਕਈ ਕਾਰਨ ਸੀ ਵੀ ਇਹ ਕਿਵੇਂ ਸਾਡੇ ਮਨਾਂ ਦੇ ਵਿੱਚ ਇੱਕੋ ਲੱਖ ਨਹੀਂ ਪੈਦਾ ਹੁੰਦੀ। ਜੇ ਤੁਹਾਨੂੰ ਅੱਜ ਗੱਲ ਕਹਿ ਦਈਏ ਤਾਂ ਉਹ ਇੱਕੋ ਲੱਖ ਥੋੜ੍ਹੀ, ਉਹਦੇ ਪਿੱਛੇ ਇੱਕ ਬੈਕਗਰਾਊਂਡ ਹੁੰਦੀ ਹੈ। ਹੌਲੀ ਹੌਲੀ ਉਹ ਸਪਿਰਿਟ ਸਾਡੇ ਮਨਾਂ ਦੇ ਵਿੱਚ ਆਉਂਦੀ ਹੈ। ਉਹ ਕਿਵੇਂ ਆਈ, ਉਹਦੇ ਕੁਝ ਮੁੱਖ ਕਾਰਨ ਨੇ, ਜਿਹਨੂੰ ਆਪਾਂ ਹੁਣ ਲੜੀਵਾਰ ਕਰਦੇ ਹਾਂ ਅਤੇ ਫਿਰ ਡਿਟੇਲ ਦੇ ਵਿੱਚ ਪੜ੍ਹਾਂਗੇ। ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਹੁਣੀ ਗੱਲ ਕਰਕੇ ਹਟੇ ਸੀ, ਜਿਹੜਾ 1857 ਈਸਵੀ ਦਾ ਮਹਾਨ ਵਿਦਰੋਹ ਸੀ, ਇਹ ਉਹਦਾ ਇੱਕ ਕਾਰਨ ਬਣਿਆ ਸਪਿਰਿਟ ਪੈਦਾ ਕਰਨ ਦਾ। ਦੂਸਰਾ ਸਾਡੇ ਕੋਲੇ ਪੁਆਇੰਟ ਆ ਗਿਆ ਪ੍ਰਸ਼ਾਸਨਿਕ ਏਕਤਾ। ਅੰਗਰੇਜ਼ਾਂ ਦੁਆਰਾ ਸਾਡੇ 'ਤੇ ਪ੍ਰਸ਼ਾਸਨਿਕ ਕੁਝ ਅਜਿਹੀਆਂ ਬੰਦਿਸ਼ਾਂ ਲਾਈਆਂ ਗਈਆਂ ਸੀ, ਜਿਹਦੇ ਵਿੱਚ ਲੋਕਾਂ ਨੇ ਇਕਜੁੱਟ ਹੋਣਾ ਇਕੱਠਾ ਕਰਤਾ। ਜਦੋਂ ਉਹਨਾਂ ਨੂੰ ਆਪਦੇ ਦੁੱਖ ਤਕਲੀਫਾਂ ਸਾਂਝੀਆਂ ਹੋਣ ਲੱਗੀਆਂ, ਸਮਾਜਿਕ ਅਤੇ ਧਾਰਮਿਕ ਸੁਧਾਰ ਲਹਿਰਾਂ, ਸਮਾਜ ਦੇ ਵਿੱਚ ਕੁਰੀਤੀਆਂ ਫੈਲੀਆਂ ਹੋਈਆਂ ਸੀ, ਧਰਮ ਦੇ ਵਿੱਚ ਕੁਰੀਤੀਆਂ ਫੈਲੀਆਂ ਗਈਆਂ ਸੀ, ਉਹਨਾਂ ਨੂੰ ਦੂਰ ਕਰਨ ਵਾਸਤੇ ਕੁਝ ਲਹਿਰਾਂ, ਕੁਝ ਮਹਾਨ ਪੁਰਸ਼ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਰਿਫੋਰਮਰਜ਼, ਸੋਸ਼ਲ ਰਿਫੋਰਮਰਜ਼ ਆਏ, ਉਹਦੇ ਨਾਲ ਦੂਰ ਹੋਈਆਂ। ਪੱਛਮੀ ਸਿੱਖਿਆ ਅਤੇ ਸਾਹਿਤ ਬੇਟਾ, ਲਿਟਰੇਚਰ, ਫੋਰਨ ਦਾ ਲਿਟਰੇਚਰ ਇੱਕ ਅਹਿਮ ਇਸਨੇ ਰੋਲ ਅਦਾ ਕੀਤਾ ਸਾਡੇ ਮਨਾਂ ਨੂੰ ਵਿਕਸਿਤ ਕਰਨ ਵਾਸਤੇ, ਸਾਡੀ ਸੋਚ ਨੂੰ ਬਦਲਣ ਵਾਸਤੇ, ਜਿਹਦੇ ਕਰਕੇ ਸਾਡੇ ਮਨਾਂ ਦੇ ਵਿੱਚ ਰਾਸ਼ਟਰੀ ਚੇਤਨਾ ਬਾਰੇ ਬਲ ਮਿਲਿਆ। ਭਾਰਤੀ ਲੋਕਾਂ ਦੀ ਆਰਥਿਕ ਲੁੱਟ ਖਸੁੱਟ। ਅੰਗਰੇਜ਼ਾਂ ਦਾ ਮਕਸਦ ਕੀ ਸੀ? ਰੁਪਈਆ ਪੈਸਾ ਲੁੱਟ ਕੇ ਭਾਰਤ ਦਾ ਲੈ ਕੇ ਜਾਣਾ ਆਪਦੇ ਇੰਗਲੈਂਡ ਦੇ ਵਿੱਚ। ਸੋ ਬਹੁਤ ਸਾਰੀ ਲੁੱਟ ਖਸੁੱਟ ਕਰਦੇ ਸੀ। ਆਰਥਿਕ ਸਥਿਤੀਆਂ ਭਾਰਤ ਦੇ ਲੋਕਾਂ ਦੀਆਂ ਬਹੁਤ ਮਾੜੀਆਂ ਹੋ ਗਈਆਂ। ਸੋ ਇਹ ਵੀ ਇੱਕ ਕਾਰਨ ਬਣੀ। ਭਾਰਤੀਆਂ ਨੂੰ ਉੱਚ ਨੌਕਰੀਆਂ 'ਤੇ ਨਿਯੁਕਤ ਨਾ ਕਰ ਦੇਣਾ। ਹਾਂ ਬੇਟਾ, ਭਾਰਤ ਦੇ ਲੋਕ ਜਿਹੜੇ ਪੜ੍ਹੇ ਲਿਖੇ ਸੀ, ਉਹਨਾਂ ਨੂੰ ਵੀ ਉੱਚ ਪਦਵੀਆਂ ਨਹੀਂ ਦਿੱਤੀਆਂ ਜਾਂਦੀਆਂ ਸੀ। ਸਿਰਫ ਉੱਚ ਪਦਵੀਆਂ ਕਿਹਨਾਂ ਵਾਸਤੇ ਹੁੰਦੀਆਂ ਸੀ? ਕਹਿੰਦੇ ਅੰਗਰੇਜ਼ਾਂ ਵਾਸਤੇ ਨੇ, ਭਾਰਤੀ ਲੋਕਾਂ ਵਾਸਤੇ ਨਹੀਂ ਸਨ। ਸੋ ਉਹਨਾਂ ਨਾਲ ਨੌਕਰੀ ਦੇ ਪੱਧਰ 'ਤੇ ਵੀ ਇੱਕ ਜਿਹਨੂੰ ਆਪਾਂ ਕਹਿੰਦੇ ਪੱਖਪਾਤ ਕੀਤਾ ਜਾਂਦਾ ਸੀ। ਇਸ ਤੋਂ ਬਿਨਾਂ ਭਾਰਤੀ ਸਮਾਚਾਰ ਪੱਤਰਾਂ ਅਤੇ ਸਾਹਿਤ ਦਾ ਪ੍ਰਭਾਵ। ਬੇਟਾ, ਜਿਹੜੇ ਇਹ ਸਮਾਚਾਰ ਪੱਤਰ ਸੀ, ਬੜੇ ਇਮਾਨਦਾਰ ਸਮਾਚਾਰ ਪੱਤਰ ਸੀ, ਵਿਕਾਊ ਸਮਾਚਾਰ ਪੱਤਰ ਨਹੀਂ ਹੁੰਦੇ ਸੀ। ਇਹਨਾਂ ਦਾ ਮਕਸਦ ਹੁੰਦਾ ਸੀ ਭਾਰਤੀ ਲੋਕਾਂ ਨੂੰ ਅੰਗਰੇਜ਼ਾਂ ਦੀਆਂ ਨੀਤੀਆਂ ਬਾਰੇ, ਉਹਨਾਂ ਦੇ ਬੁਰੇ ਕੰਮਾਂ ਬਾਰੇ ਜਾਣੂ ਕਰਾਉਣਾ, ਉਹਨਾਂ ਦੇ ਵਿੱਚ ਰਾਸ਼ਟਰੀ ਏਕਤਾ ਪੈਦਾ ਕਰਨੀ, ਉਹਨਾਂ ਦੇ ਵਿੱਚ ਆਜ਼ਾਦੀ ਵਾਸਤੇ ਭਾਵਨਾ ਪੈਦਾ ਕਰਨੀ, ਲੋਕਤੰਤਰ ਦੀ ਭਾਵਨਾ ਪੈਦਾ ਕਰਨੀ। ਸੋ ਇਹ ਸਮਾਚਾਰ ਪੱਤਰਾਂ ਦੇ ਕਾਰਨ ਵੀ ਭਾਰਤੀ ਲੋਕਾਂ ਦੇ ਮਨਾਂ ਦੇ ਵਿੱਚ ਬੜੀ ਰਾਸ਼ਟਰੀ ਚੇਤਨਾ ਨੂੰ ਬਲ ਮਿਲਿਆ। ਫਿਰ ਆਪਣੇ ਕੋਲ 8 ਨੰਬਰ ਪੁਆਇੰਟ 'ਤੇ ਆ ਗਿਆ ਅਲਬਰਟ ਬਿੱਲ ਦਾ ਵਿਰੋਧ। ਉਹ ਸਮੇਂ ਇੱਕ ਬਿੱਲ ਪਾਸ ਕੀਤਾ ਗਿਆ ਸੀ, ਜਿਹਨੂੰ ਅੰਗਰੇਜ਼ਾਂ ਨੇ ਨਹੀਂ ਮੰਨਿਆ, ਅੰਗਰੇਜ਼ਾਂ ਨੇ ਉਹਨੂੰ ਲਾਗੂ ਨਹੀਂ ਕੀਤਾ। ਸੋ ਇਹਦੇ ਵੀ ਪ੍ਰਭਾਵ ਭਾਰਤੀ ਲੋਕਾਂ ਦੇ ਮਨਾਂ ਦੇ ਉੱਤੇ ਬੜੇ ਭੈੜੇ ਪਏ। ਉਹ ਅੰਗਰੇਜ਼ਾਂ ਦੇ ਵਿਰੁੱਧ ਦੇ ਵਿੱਚ ਹੋ ਗਏ, ਉਹਨਾਂ ਦੇ ਅਗੇਂਸਟ ਹੋ ਗਏ। ਸੋ ਇਹ ਕੁਝ ਪੁਆਇੰਟ ਨੇ ਜਿਹੜੇ ਅਸੀਂ ਰਾਸ਼ਟਰੀ ਚੇਤਨਾ ਪੈਦਾ ਹੋਣ ਦੇ ਕਾਰਨਾਂ ਦੇ ਵਿੱਚ ਮੁੱਖ ਮੰਨਦੇ ਹਾਂ। ਇਹਨਾਂ ਨੂੰ ਆਪਾਂ ਹੁਣ ਡਿਟੇਲ ਦੇ ਵਿੱਚ, ਵਿਆਖਿਆ ਦੇ ਵਿੱਚ ਪੜ੍ਹਦੇ ਹਾਂ। ਸੋ ਸਭ ਤੋਂ ਪਹਿਲਾਂ ਸਾਡੇ ਕੋਲੇ ਪੁਆਇੰਟ ਆਉਂਦਾ ਹੈ ਬੇਟਾ 1857 ਈਸਵੀ ਦਾ ਮਹਾਨ ਵਿਦਰੋਹ, ਜਿਸ ਨੂੰ ਅਸੀਂ ਸੈਨਿਕ ਵਿਦਰੋਹ ਜਾਂ ਭਾਰਤ ਦੇ ਆਜ਼ਾਦੀ ਦੀ ਪਹਿਲੀ ਲੜਾਈ ਵੀ ਆਖਦੇ ਹਾਂ। ਜਿਵੇਂ ਕਿ ਅਸੀਂ ਹੁਣ ਤੱਕ ਕੁਝ ਗਿਆਨ ਪ੍ਰਾਪਤ ਕੀਤਾ ਹੈ ਵੀ ਭਾਰਤੀ ਲੋਕਾਂ ਨੇ ਅੰਗਰੇਜ਼ੀ ਰਾਜ ਨੂੰ ਖਤਮ ਕਰਨ ਲਈ 1857 ਈਸਵੀ ਵਿੱਚ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਵਿਦਰੋਹ ਕੀਤਾ। ਉਹਨਾਂ ਦੇ ਅਗੇਂਸਟ ਹੋ ਗਏ ਭਾਰਤ ਦੇ ਲੋਕ, ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਸਖਤੀ ਨਾਲ ਦਬਾ ਦਿੱਤਾ ਅਤੇ ਉਹ ਭਾਰਤੀ ਲੋਕਾਂ 'ਤੇ ਹੋਰ ਵੀ ਜ਼ਿਆਦਾ ਅਤਿਆਚਾਰ ਕਰਨ ਲੱਗ ਪਏ। ਲਓ ਜੀ, ਅੰਗਰੇਜ਼ਾਂ ਨੇ ਉਹ ਵਿਦਰੋਹ ਤਾਂ ਦਬਾਤਾ, ਉਹ ਲੜਾਈ ਨੂੰ ਤਾਂ ਕਾਬੂ ਕਰ ਲਿਆ, ਕੁਚਲਤਾ। ਉਸ ਤੋਂ ਮਗਰੋਂ ਸਿੱਟੇ ਕੀ ਨਿਕਲੇ? ਭਾਰਤ ਦੇ ਲੋਕਾਂ ਨੂੰ ਹੋਰ ਤੰਗ ਕਰ ਲਏ, ਹੋਰ ਉਹਨਾਂ ਦੇ ਉੱਤੇ ਅਤਿਆਚਾਰ ਕਰਨ ਲੱਗ ਗਏ, ਹੋਰ ਉਹਨਾਂ 'ਤੇ ਜ਼ੁਲਮ ਕਰਨ ਲੱਗ ਗਏ। ਅੰਗਰੇਜ਼ ਭਾਰਤੀ ਲੋਕਾਂ ਦੇ ਮਨਾਂ ਵਿੱਚ ਸੁਗਲਦੀ ਇਸ ਆਜ਼ਾਦੀ ਦੀ ਚਿੰਗਾਰੀ ਨੂੰ ਕੇਵਲ ਦਬਾ ਸਕੇ। ਨੋ ਡਾਊਟ ਉਹਨਾਂ ਨੇ ਆਪਦੇ ਜ਼ੋਰ ਨਾਲ, ਉਹਨਾਂ ਨੇ ਆਪਣੇ ਸ਼ਾਸਨ ਨਾਲ ਇਸ ਨੂੰ ਦਬਾ ਲਿਆ, ਪਰ ਖਤਮ ਨਾ ਕਰ ਸਕੇ। ਇਹ ਜਿਹੜੀ ਚਿੰਗਾਰੀ ਸੀ ਭਾਰਤੀ ਲੋਕਾਂ ਦੇ ਮਨਾਂ ਦੇ ਵਿੱਚ ਸੁਲਗਦੀ ਰਹੀ ਤੇ ਇੱਕ ਦਿਨ ਇਹਨੇ ਵੱਖ-ਵੱਖ ਇਵੈਂਟਸ ਦੇ ਰਾਹੀਂ ਇੱਕ ਦਿਨ ਭਾਰਤ ਨੂੰ ਆਜ਼ਾਦੀ ਦਿਵਾਈ। ਇਸ ਨਾਲ ਭਾਰਤੀ ਲੋਕਾਂ ਨੇ ਆਪਣੇ ਮਨਾਂ ਵਿੱਚ ਆਪਣੇ ਦੇਸ਼ ਨੂੰ ਅੰਗਰੇਜ਼ੀ ਰਾਜ ਤੋਂ ਮੁਕਤ ਕਰਵਾਉਣ ਲਈ ਰਾਸ਼ਟਰੀ ਚੇਤਨਾ ਪੈਦਾ ਹੋਈ। ਬੇਟਾ, ਇਹ ਇੰਨੇ ਜ਼ਿਆਦਾ ਅਤਿਆਚਾਰ ਕਰਨੇ ਸ਼ੁਰੂ ਕਰਤੇ ਅੰਗਰੇਜ਼ਾਂ ਨੇ ਇਸ ਤੋਂ ਮਗਰੋਂ ਭਾਰਤੀਆਂ ਦੇ ਉੱਤੇ ਵੀ ਉਹ ਇੰਨੇ ਜ਼ਿਆਦਾ ਤੰਗ ਹੋ ਗਏ ਵੀ ਉਹਨਾਂ ਦੇ ਮਨ ਨੇ ਇੱਕ ਫਿਕਸ ਕਰ ਲਿਆ ਵੀ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਪਾਉਣੀ ਹੀ ਪਾਉਣੀ ਹੈ। ਉਹ ਕਿਵੇਂ ਪਾਈ ਜਾ ਸਕਦੀ ਹੈ? ਉਹ ਇਕਜੁੱਟ ਹੋ ਕੇ ਪਾਈ ਜਾ ਸਕਦੀ ਹੈ, ਉਹ ਇਕੱਠੇ ਹੋ ਕੇ ਪਾਈ ਜਾ ਸਕਦੀ ਹੈ, ਉਸ ਨੂੰ ਅਸੀਂ ਅਲੱਗ-ਅਲੱਗ ਹੋ ਕੇ ਨਹੀਂ ਪਾ ਸਕਦੇ। ਇਸ ਤਰ੍ਹਾਂ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਸਪਿਰਿਟ, ਰਾਸ਼ਟਰੀ ਜਿਹੜੀ ਚੇਤਨਾ ਸੀ, ਉਹ ਪੈਦਾ ਹੋਈ। ਸੋ 1857 ਈਸਵੀ ਵਿਦਰੋਹ ਨੇ ਵੀ ਇੱਕ ਅਹਿਮ ਭੂਮਿਕਾ ਨਿਭਾਈ। ਫਿਰ ਆਪਾਂ ਗੱਲ ਕਰਦੇ ਹਾਂ ਬੇਟਾ, ਦੂਸਰਾ ਪੁਆਇੰਟ ਸੀ ਸਾਡੇ ਕੋਲੇ ਪ੍ਰਸ਼ਾਸਨਿਕ ਏਕਤਾ। ਹੁਣ ਅੰਗਰੇਜ਼ਾਂ ਨੇ ਆਪਦਾ ਰਾਜ ਪਾਟ ਚਲਾਉਣਾ ਸੀ। ਅੰਗਰੇਜ਼ਾਂ ਨੇ ਸਾਰੇ ਭਾਰਤ 'ਤੇ ਕਬਜ਼ਾ ਕਰਨ ਲਈ ਉਸ ਨੂੰ ਇੱਕ ਇਕਾਈ ਵਿੱਚ ਪਰੋ ਦਿੱਤਾ। ਦੇਖੋ ਜੀ, ਉਹਨਾਂ ਨੇ
ਜਿੰਨੇ ਆਪਦੇ ਉਹਨਾਂ ਕੋਲ ਏਰੀਏ ਕਬਜ਼ੇ ਅਧੀਨ ਆ ਗਏ ਸੀ ਜਿਹੜੇ ਪ੍ਰਾਂਤ ਉਹਨਾਂ ਦੇ, ਉਹਨੂੰ ਇੱਕ ਕਰਨ ਵਾਸਤੇ ਉਹਦਾ ਆਪਣਾ ਉੱਥੇ ਸ਼ਾਸਨ ਲਾਗੂ ਕਰਤਾ। ਇੱਕ ਤਰ੍ਹਾਂ ਦਾ ਉੱਥੋਂ ਸਾਰਾ ਪ੍ਰਸ਼ਾਸਨ ਇੱਕੋ ਹੀ ਤਰ੍ਹਾਂ ਦਾ, ਉੱਥੇ ਰੂਲਸ ਐਂਡ ਰੈਗੂਲੇਸ਼ਨ ਸਾਰਾ ਕੁਝ ਉੱਥੇ ਉਵੇਂ ਲਾਗੂ ਕਰ ਦਿੱਤੇ ਗਏ। ਸਾਰੇ ਭਾਰਤ ਵਿੱਚ ਇੱਕੋ ਜਿਹੇ ਕਾਨੂੰਨ ਲਾਗੂ ਕਰ, ਜਿਹੜਾ ਅੰਗਰੇਜ਼ਾਂ ਦੇ ਅਧੀਨ ਜਿੰਨੇ ਹੋ ਗਏ ਸੀਗੀਆਂ ਪ੍ਰਾਂਤ, ਉਹਨਾਂ ਸਾਰਿਆਂ 'ਤੇ ਅੰਗਰੇਜ਼ਾਂ ਨੇ ਆਪ ਦਾ ਇੱਕੋ ਜਿਹਾ ਕਾਨੂੰਨ ਲਾਗੂ ਕਰਤਾ। ਭਾਵ ਯੂਨੀਫਾਰਮਿਟੀ ਜੀ ਬਣਨ ਲੱਗੀ। ਦੇਖੋ ਹੈ ਨਾ, ਸਾਰੇ ਕਿਤੇ ਇੱਕੋ ਜਿਹੇ ਰੂਲਸ, ਇੱਕੋ ਜਿਹੇ, ਚਾਹੇ ਉਹ ਮਾੜੇ ਹੀ ਸੀਗੇ ਪਰ ਉਹਨਾਂ 'ਚ ਯੂਨੀਫਾਰਮਿਟੀ ਸੀ। ਪ੍ਰਾਂਤੀ ਸਰਕਾਰਾਂ ਨੂੰ ਕੇਂਦਰ ਸਰਕਾਰ ਦੇ ਅਧੀਨ ਕਰ ਦਿੱਤਾ ਗਿਆ। ਜਿਹੜੀਆਂ ਉਹਨਾਂ ਦੀਆਂ ਸਟੇਟ ਛੋਟੀਆਂ ਰਾਜ ਦੀਆਂ ਸਰਕਾਰਾਂ ਬਣਾਈਆਂ ਜਾਂਦੀਆਂ ਸੀ, ਉਹਨਾਂ ਨੂੰ ਆਪ ਕੇਂਦਰ ਸੁਭਾਅ ਇੱਕ ਜਿਹੜੀ ਉਹਨਾਂ ਨੇ ਕੇਂਦਰ ਸਰਕਾਰ ਬਣਾਈ ਅੰਗਰੇਜ਼ਾਂ ਨੇ ਆਪਦੀ, ਉਹਦੇ ਅਧੀਨ ਕਰ ਦਿੱਤਾ ਵੀ ਉਹਦੇ ਅਕੋਰਡਿੰਗਲੀ ਸਾਰਿਆਂ ਨੂੰ ਚੱਲਣਾ ਪਊਗਾ। ਸੋ ਇਸੇ ਤਰ੍ਹਾਂ ਭਾਰਤੀ ਸਿਵਲ ਸੇਵਾਵਾਂ ਨਾਲ ਸੰਬੰਧਿਤ ਕਰਮਚਾਰੀਆਂ ਨੂੰ ਇੱਕ ਪ੍ਰਾਂਤ ਤੋਂ ਦੂਜੇ ਪ੍ਰਾਂਤ ਤੱਕ ਤਬਦੀਲ ਕੀਤਾ ਜਾਣ ਲੱਗਿਆ। ਇੱਕ ਸਟੇਟ ਤੋਂ ਦੂਜੇ ਸਟੇਟ 'ਚ ਨੌਕਰੀ ਕਰਨ ਜਾਣਾ ਪੈਂਦਾ ਸੀ। ਪੰਜਾਬ ਵਾਲੇ ਨੂੰ ਗੁਜਰਾਤ ਵੀ ਜਾਣਾ ਪੈਂਦਾ ਸੀ, ਗੁਜਰਾਤ ਵਾਲਿਆਂ ਨੂੰ ਬੰਗਾਲ ਵੀ ਜਾਣਾ ਪੈਂਦਾ ਸੀ। ਸੋ ਦੇਖੋ ਕੀ ਲੜੀਆਂ ਜੁੜ ਰਹੀਆਂ ਨੇ। ਇੱਕ ਪਹਿਲਾਂ ਤਾਂ ਸਾਰਿਆਂ 'ਤੇ ਇੱਕੋ ਜਿਹੇ ਕਾਨੂੰਨ ਲਾਗੂ ਕਰਤੇ, ਫਿਰ ਉਹਨਾਂ ਦੀਆਂ ਟਰਾਂਸਫਰਸ ਹੋਣ ਲੱਗ ਗਈਆਂ, ਬਦਲੀਆਂ ਹੋਣ ਲੱਗ ਗਈਆਂ, ਇੱਕ ਪ੍ਰਾਂਤ ਤੋਂ ਦੂਜੀ ਪ੍ਰਾਂਤ ਤੱਕ ਜਾਣ ਲੱਗ ਗਏ। ਜਦੋਂ ਬੇਟਾ ਲੋਕ ਇੱਕ ਤੋਂ ਦੋ ਤੋਂ ਚਾਰ ਇੱਕ ਦੂਜੇ ਨੂੰ ਆਪਸ 'ਚ ਮਿਲਣ ਲੱਗਦੇ ਨੇ ਤਾਂ ਉਹਨਾਂ ਦੇ ਵਿੱਚ ਆਪਸੀ ਭਾਈਚਾਰਾ ਪੈਦਾ ਹੁੰਦਾ ਹੈ, ਆਪਸੀ ਮਿਲਵਰਤਨ ਪੈਦਾ ਹੁੰਦਾ ਹੈ, ਵਿਚਾਰ ਸਾਂਝੇ ਹੁੰਦੇ ਨੇ। ਦੇਖੋ ਇਹਦਾ ਸਾਰਿਆਂ ਦਾ ਸਿੱਟਾ ਕੀ ਨਿਕਲਿਆ? ਇਹਨਾਂ ਸਭ ਦਾ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ ਹੌਲੀ ਹੌਲੀ ਸਾਰੇ ਭਾਰਤ ਵਾਸੀ ਆਪਣੇ ਆਪ ਨੂੰ ਇੱਕ ਸਮਝਣ ਲੱਗ ਪਏ। ਦੇਖੋ ਜਦੋਂ ਅਸੀਂ ਇਕੱਠੇ ਹੋਵਾਂਗੇ, ਜੇ ਪੰਜਾਬ ਵਾਲਾ ਗੁਜਰਾਤ ਨੂੰ ਜਾ ਕੇ ਮਿਲੂਗਾ, ਗੁਜਰਾਤ ਵਾਲਾ ਬੰਗਾਲ ਨੂੰ ਜਾ ਕੇ ਮਿਲੂਗਾ, ਆਪਦੀ ਦੁੱਖ ਤਕਲੀਫਾਂ ਪ੍ਰਸ਼ਾਸਨ ਨਾਲ ਸੰਬੰਧੀ ਪ੍ਰੋਬਲਮ ਸ਼ੇਅਰ ਕਰੂਗਾ, ਤਾਂ ਉਹਨੂੰ ਲੱਗ ਜਾਊ ਵੀ ਸਾਡੇ ਸਾਰਿਆਂ ਨਾਲ ਇੱਕੋ ਜਿਹਾ ਹੋ ਰਿਹਾ ਹੈ ਨਾ। ਆਪਸ 'ਚ ਜੁੜਨੇ ਸ਼ੁਰੂ ਹੋ ਗਏ। ਸਾਰੇ ਭਾਰਤ ਵਿੱਚ ਇੱਕੋ ਜਿਹੀ ਸ਼ਾਸਨ ਪ੍ਰਣਾਲੀ ਅਤੇ ਕਾਨੂੰਨ ਵਿਵਸਥਾ ਕਰਕੇ ਭਾਰਤ ਵਾਸੀਆਂ ਦੇ ਮਨਾਂ ਵਿੱਚ ਰਾਸ਼ਟਰੀ ਚੇਤਨਾ ਨੂੰ ਬਲ ਮਿਲਿਆ। ਉਹਨਾਂ ਨੂੰ ਲੱਗਿਆ ਵੀ ਸਾਡੇ ਸਾਰਿਆਂ ਨਾਲ ਇੱਕੋ ਜਿਹਾ ਹੋ ਰਿਹਾ। ਜੇ ਅਸੀਂ ਇਕੱਠੇ ਹੋ ਕੇ ਅੰਗਰੇਜ਼ਾਂ ਦੇ ਅਗੇਂਸਟ ਲੜਾਂਗੇ ਤਾਂ ਸ਼ਾਇਦ ਨਹੀਂ, ਪੱਕਾ ਅਸੀਂ ਇਹਨਾਂ ਨੂੰ ਹਰਾ ਦੇਵਾਂਗੇ ਤੇ ਇਹਨਾਂ ਤੋਂ ਆਜ਼ਾਦੀ ਪ੍ਰਾਪਤ ਕਰਾਂਗੇ। ਸੋ ਇਸ ਤਰ੍ਹਾਂ ਪ੍ਰਸ਼ਾਸਨਿਕ ਏਕਤਾ ਵੀ ਜਿਹੜੀ ਸੀ ਉਹ ਵੀ ਭਾਰਤੀ ਲੋਕਾਂ ਦੇ ਮਨਾਂ ਦੇ ਵਿੱਚ ਰਾਸ਼ਟਰੀ ਚੇਤਨਾ ਨੂੰ ਪੈਦਾ ਕਰਨ ਵਾਸਤੇ ਬਹੁਤ ਮਹੱਤਵਪੂਰਨ ਉਸਨੇ ਰੋਲ ਅਦਾ ਕੀਤਾ। ਫਿਰ ਆਪਣੇ ਕੋਲ ਆ ਗਿਆ ਬੇਟਾ ਸਮਾਜਿਕ ਧਾਰਮਿਕ ਸੁਧਾਰ ਲਹਿਰਾਂ। ਬੇਟਾ ਉਹ ਸਮੇਂ ਸਾਡੇ ਕੋਲ ਇੱਕ ਤਾਂ ਅਨਪੜ੍ਹਤਾ ਸੀ ਸਮਾਜ ਦੇ ਵਿੱਚ, ਇੱਕ ਪੁਰਾਣਾ ਰੀਤੀ ਰਿਵਾਜ, ਬਹੁਤ ਸਾਰੀਆਂ ਕੁਰੀਤੀਆਂ ਇਹ ਫੈਲੀਆਂ ਹੋਈਆਂ ਸੀ, ਜਿਵੇਂ ਕਿ ਅੰਧ ਵਿਸ਼ਵਾਸ, ਛੂਆ-ਛਾਤ, ਜਾਤੀ ਦਾ ਭੇਦਭਾਵ ਆਦਿ। ਇਹ ਸਾਰਾ ਕੁਝ ਸਾਡੇ ਸਮਾਜ ਦੇ ਵਿੱਚ ਬਹੁਤ ਤੀਬਰਤਾ ਨਾਲ ਫੈਲ ਚੁੱਕਿਆ ਸੀ। ਬੜੀਆਂ ਗੂੜ੍ਹੀਆਂ ਇਹਨਾਂ ਦੀਆਂ ਜੜਾਵਾਂ ਸੀਗੀਆਂ, ਜਿਹਦੇ ਕਰਕੇ ਲੋਕ ਅੰਗਰੇਜ਼ਾਂ ਦੇ ਬਾਰੇ ਤਾਂ ਸੋਚ ਨਹੀਂ ਰਹੇ ਸੀ, ਉਹ ਇਹਨਾਂ ਚੀਜ਼ਾਂ ਦੇ ਵਿੱਚ ਹੀ ਬੜੇ ਉਲਝੇ ਪਏ ਸੀ। ਸੋ ਅਜਿਹੇ ਹਾਲਾਤਾਂ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਰਾਸ਼ਟਰੀ ਭਾਵਨਾ ਦਾ ਪੈਦਾ ਹੋਣਾ ਜਾਂ ਵਿਕਾਸ ਹੋਣਾ ਤਾਂ ਬੜੀ ਦੂਰ ਦੀ ਗੱਲ ਹੈ, ਪੈਦਾ ਹੋਣਾ ਹੀ ਬੜਾ ਮੁਸ਼ਕਿਲ ਸੀ। ਸੋ ਇਹਨਾਂ ਨੂੰ ਦੂਰ ਕਰਨ ਵਾਸਤੇ, ਇਹਨਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਕਈ ਸਮਾਜਿਕ ਧਾਰਮਿਕ ਸੁਧਾਰ ਲਹਿਰਾਂ ਸ਼ੁਰੂ ਕੀਤੀਆਂ ਗਈਆਂ। ਬੇਟਾ ਕੁਝ ਸਮਾਜਿਕ ਦੇ ਵਿੱਚ ਕੁਰੀਤੀਆਂ ਸੀਗੀਆਂ, ਊਚ ਨੀਚ ਦੀਆਂ ਧਾਰਮਿਕ ਕਈ ਪ੍ਰੋਬਲਮ ਸੀ, ਉਹਦੇ ਵਾਸਤੇ ਕੁਝ ਧਾਰਮਿਕ ਸੁਧਾਰ ਕੀਤੇ ਗਏ, ਲਹਿਰਾਂ ਚਲਾਈਆਂ ਗਈਆਂ ਮਹਾਨ ਪੁਰਸ਼ਾਂ ਵੱਲੋਂ ਜਾਂ ਸਮਾਜ ਸੁਧਾਰਕਾਂ ਵੱਲੋਂ ਇਹ ਚਲਾਈਆਂ ਗਈਆਂ, ਜਿਹਦੇ ਵਿੱਚੋਂ ਦੇਖੋ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਗਈ ਰਾਜਾ ਰਾਮ ਮੋਹਨ ਰਾਏ ਜੀ ਵੱਲੋਂ। ਇਹਨਾਂ ਨੇ ਸਤੀ ਪ੍ਰਥਾ ਦਾ ਬਹੁਤ ਜ਼ੋਰਦਾਰ ਵਿਰੋਧ ਕੀਤਾ ਸੀ। ਆਰਿਆ ਸਮਾਜ ਦੀ ਸਥਾਪਨਾ ਕੀਤੀ ਗਈ ਸਵਾਮੀ ਦਇਆਨੰਦ ਸਰਸਵਤੀ ਜੀ ਵੱਲੋਂ। ਰਾਮਾ ਕਿਸ਼ਨ ਮਿਸ਼ਨ ਸ਼ੁਰੂ ਕੀਤਾ ਗਿਆ ਸਵਾਮੀ ਵਿਵੇਕਾਨੰਦ ਜੀ ਵੱਲੋਂ। ਸੋ ਇਹ ਕੁਝ ਨੇ, ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਸੀ ਜਿਨ੍ਹਾਂ ਨੇ ਸਮਾਜ ਦੇ ਵਿੱਚ ਬਹੁਤ ਸਾਰੇ ਸੁਧਾਰ ਕੀਤੇ, ਜਿਹਦੇ ਵਿੱਚ ਦੇਖੋ ਰਾਜਾ ਰਾਮ ਮੋਹਨ ਰਾਏ ਗ੍ਰੇਟ ਰਿਫਾਰਮਰ ਸਮਾਜ ਸੁਧਾਰਕ ਸੀਗੇ। ਇਹਨਾਂ ਨੇ ਸਤੀ ਪ੍ਰਥਾ ਦਾ, ਇਹਨਾਂ ਦੇ ਆਪਣੇ ਬ੍ਰਦਰ ਦੀ ਜਦੋਂ ਡੈਥ ਹੋ ਗਈ ਤਾਂ ਉਹਨਾਂ ਦੀ ਮਿਸਿਜ਼ ਨੂੰ ਸਤੀ ਕਰ ਦਿੱਤਾ ਗਿਆ, ਤਾਂ ਇਹਨਾਂ ਨੇ ਉਸ ਤੋਂ ਮਗਰੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਸਤੀ ਪ੍ਰਥਾ ਦਾ। ਇਸੇ ਤਰ੍ਹਾਂ ਸਾਡੇ ਕੋਲ ਆ ਗਏ ਸਵਾਮੀ ਦਇਆਨੰਦ ਸਰਸਵਤੀ ਜੀ। ਇਹਨਾਂ ਨੇ ਆਰਿਆ ਸਮਾਜ ਦੀ ਸਥਾਪਨਾ ਕੀਤੀ, ਲੋਕਾਂ ਨੂੰ ਇੱਕ ਵੱਖਰਾ ਮੋਟਿਵ ਦਿੱਤਾ ਵੀ ਸਮਾਜ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਤਾਂ ਇਸ ਤੋਂ ਮਗਰੋਂ ਸਾਡੇ ਕੋਲ ਇੱਕ ਸਮਾਜ ਸੁਧਾਰਕ ਹੋਰ ਆ ਰਹੇ ਨੇ ਜਿਹੜੇ ਨੇ ਸਵਾਮੀ ਵਿਵੇਕਾਨੰਦ ਜੀ। ਬੇਟਾ ਇਹਨਾਂ ਨੇ ਸ਼ਿਕਾਗੋ ਦੇ ਵਿੱਚ ਭਾਰਤ ਦੇ ਪ੍ਰਤੀ ਇੱਕ ਅਜਿਹਾ ਲੈਕਚਰ ਦਿੱਤਾ, ਜ਼ਬਰਦਸਤ ਲੈਕਚਰ ਦਿੱਤਾ, ਜਾਂ ਦੁਨੀਆ ਦੇ ਵੱਖ-ਵੱਖ ਰਾਸ਼ਟਰਾਂ ਦੇ ਲੋਕ ਭਾਰਤ ਨੂੰ ਜਾਣਨ ਵਾਸਤੇ ਉਤਸੁਕ ਹੋ ਗਏ। ਸੋ ਇਸ ਤਰ੍ਹਾਂ ਇਹਨਾਂ ਦੁਆਰਾ, ਮਹਾਨ ਪੁਰਸ਼ਾਂ ਦੁਆਰਾ ਜਿਹੜੀਆਂ ਇਹ ਸਮਾਜਿਕ ਅਤੇ ਆਰਥਿਕ ਧਾਰਮਿਕ ਉਹ ਕੀਤੀਆਂ ਗਈਆਂ ਸੀ, ਉਹਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤੇ ਗਏ। ਸੋ ਇਹਨਾਂ ਦਾ ਮੁੱਖ ਮਕਸਦ ਇਹੀ ਸੀ ਵੀ ਭਾਰਤ ਦੇ ਇਹਨਾਂ ਲਹਿਰਾਂ ਨੇ ਜਿਹੜੇ ਯਤਨ ਕੀਤੇ, ਇਹਨਾਂ ਯਤਨਾਂ ਦੇ ਪ੍ਰਭਾਵ ਕਰਕੇ ਲੋਕਾਂ ਦੇ ਮਨਾਂ ਦੇ ਵਿੱਚੋਂ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਨਿਕਲਿਆ ਤੇ ਨਵੀਂ ਜਾਗ੍ਰਿਤੀ ਪੈਦਾ ਹੋਈ, ਇੱਕ ਨਵੀਂ ਸਪਿਰਿਟ ਮਿਲੀ ਲੋਕਾਂ ਨੂੰ, ਇੱਕ ਨਵੀਂ ਚੀਜ਼ ਮਿਲੀ ਵੀ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋਣਾ, ਜਿਹਦੇ ਕਰਕੇ ਉਹਨਾਂ ਦੇ ਮਨਾਂ ਦੇ ਵਿੱਚ ਰਾਸ਼ਟਰੀ ਚੇਤਨਾ ਨੂੰ ਬਲ ਮਿਲਿਆ, ਜਨਮ ਮਿਲਿਆ ਤੇ ਹੋਰ ਜ਼ਿਆਦਾ ਵਿਕਾਸ ਹੋਇਆ। ਇਸ ਤਰ੍ਹਾਂ ਜਿਹੜੇ ਸਾਡੇ ਧਾਰਮਿਕ ਤੇ ਰਾਜਨੀਤਿਕ ਸੁਧਾਰ ਸੀ, ਇਹਨਾਂ ਨੇ ਸਮਾਜਿਕ ਸੁਧਾਰਾਂ ਲੋਕਾਂ ਨੂੰ ਰਾਜਨੀਤਿਕ ਚੇਤਨਾ ਪੈਦਾ ਕਰਨ ਦੇ ਵਿੱਚ ਬਹੁਤ ਬਲ ਦਿੱਤਾ। ਅਗਲਾ ਮਹੱਤਵਪੂਰਨ ਪੁਆਇੰਟ ਸਾਡੇ ਕੋਲ ਆ ਗਿਆ ਪੱਛਮੀ ਸਿੱਖਿਆ ਅਤੇ ਸਾਹਿਤ। ਬੇਟਾ ਉਹ ਸਮੇਂ ਭਾਰਤੀ ਸਮਾਜ ਸੀ ਬੜਾ ਅਨਪੜ੍ਹ ਸੀ, ਉਸ ਨੂੰ
ਬਹੁਤਾ ਜ਼ਿਆਦਾ ਗਿਆਨ ਪ੍ਰਾਪਤ ਨਹੀਂ ਹੁੰਦਾ ਸੀ, ਕਿਉਂਕਿ ਸਾਡੇ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਸੀ। ਭਾਰਤ ਵਿੱਚ ਪੱਛਮੀ ਸਿੱਖਿਆ, ਜਿਹਨੂੰ ਅਕਸਰ ਆਪਾਂ ਅੰਗਰੇਜ਼ੀ ਨਾਲ ਸੰਬੰਧਿਤ ਆਉਂਦੇ ਹਾਂ, ਸ਼ੁਰੂ ਕਰਨ ਵਿੱਚ ਅੰਗਰੇਜ਼ਾਂ ਦਾ ਉਦੇਸ਼ ਬੜਾ ਹੀ ਸੀਮਤ ਸੀ। ਬੇਟਾ ਉਹਨਾਂ ਕੋਲੇ ਵੱਖ-ਵੱਖ ਰਾਜਾਂ ਦੇ ਉੱਤੇ ਰਾਜ ਸੀ, ਪਰ ਲੋਕਾਂ ਦੀ ਬੋਲੀ ਵੱਖਰੀ ਸੀ। ਉਹਨਾਂ ਨੇ ਇੱਕ ਕਾਮਨ ਲੈਂਗੁਏਜ ਦੇਤੀ ਵੀ ਸਾਰੇ ਪਾਸੇ ਇੰਗਲਿਸ਼ ਬੋਲੀ ਜਾਊਗੀ, ਜੋ ਉਹਨਾਂ ਦੀ ਆ ਵੀ ਲੈਂਗੁਏਜ ਸੀ, ਤਾਂ ਜੋ ਉਹਨਾਂ ਦਾ ਕੰਮ ਆਸਾਨੀ ਨਾਲ ਹੋ ਸਕੇ। ਇਹ ਉਹਨਾਂ ਦਾ ਉਦੇਸ਼ ਸੀ, ਕਲੈਰੀਕਲ ਕੰਮ ਲੈਣਾ ਸੀ ਉਹਨਾਂ ਨੇ ਲੋਕਾਂ ਤੋਂ। ਪਰ ਇਹ ਭਾਰਤੀਆਂ ਲਈ ਇੱਕ ਤਰ੍ਹਾਂ ਦਾ ਨਵਾਂ ਨਾਲ ਵਰਦਾਨ ਸਾਬਿਤ ਹੋਇਆ। ਕਿਉਂ? ਜਦੋਂ ਅਸੀਂ ਇੰਗਲਿਸ਼, ਪੰਜਾਬੀ ਵਾਲਾ ਬੰਦਾ ਵੀ ਇੰਗਲਿਸ਼ ਬੋਲਣ ਲੱਗ ਗਿਆ, ਗੁਜਰਾਤ ਵਾਲਾ ਵੀ ਬੋਲਣ ਲੱਗ ਗਿਆ, ਬੰਗਾਲ ਵਾਲਾ ਵੀ ਬੋਲਣ ਲੱਗ ਗਿਆ, ਉਹਨਾਂ ਨੂੰ ਇੱਕ ਕਾਮਨ ਲੈਂਗੁਏਜ ਮਿਲ ਗਈ, ਜਿਸ ਦੇ ਆਧਾਰ 'ਤੇ ਉਹ ਆਪਣੀਆਂ ਵਾਰਤਾਲਾਪ, ਆਪਣੇ ਦੁੱਖ ਤਕਲੀਫਾਂ ਸ਼ੇਅਰ ਕਰ ਸਕਦੇ ਸੀ। ਸੋ ਇਸ ਦਾ ਪ੍ਰਭਾਵ ਸਾਡੇ 'ਤੇ ਇਹ ਪਿਆ। ਇਸ ਦੇ ਨਾਲ ਭਾਰਤੀਆਂ ਨੂੰ ਇੱਕ ਅਜਿਹੀ ਜ਼ਬਾਨ ਮਿਲ ਗਈ, ਜਿਸ ਦੇ ਨਾਲ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਲੋਕ ਇੱਕ ਦੂਜੇ ਦੀਆਂ ਔਕੜਾਂ ਤੋਂ ਜਾਣੂ ਹੋ ਸਕੇ। ਬਿਲਕੁਲ ਜਦੋਂ ਸਾਂਝੀ ਜ਼ਬਾਨ ਮਿਲ ਗਈ, ਉਹ ਇੱਕ ਦੂਜੇ ਦੀਆਂ ਗੱਲਾਂ ਬਾਤਾਂ, ਇੱਕ ਦੂਜੇ ਦੇ ਦੁੱਖ ਤਕਲੀਫਾਂ ਤੋਂ ਜਾਣੂ ਹੋਣ ਲੱਗੇ ਵੀ ਪੰਜਾਬ 'ਚ ਕੀ ਹੋ ਰਿਹਾ, ਗੁਜਰਾਤ 'ਚ ਕੀ ਹੋ ਰਿਹਾ, ਬੰਗਾਲ 'ਚ ਕੀ ਹੋ ਰਿਹਾ, ਕੇਰਲ 'ਚ ਕੀ ਹੋ ਰਿਹਾ, ਇਹ ਤੋਂ ਜਾਣੂ ਹੋਣ ਲੱਗੇ। ਸਾਂਝੀ ਜ਼ਬਾਨ ਕਾਰਨ ਭਾਰਤੀ ਇੱਕ ਦੂਜੇ ਦੇ ਜ਼ਰੂਰੀ ਮਾਮਲਿਆਂ ਅਤੇ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਰ ਸਕਦੇ ਸੀ, ਉਹਨਾਂ ਕੋਲ ਇੱਕ ਕਾਮਨ ਲੈਂਗੁਏਜ ਮਿਲ ਗਈ ਸੀ, ਤਾਂ ਜੋ ਉਹਦਾ ਸਲਿਊਸ਼ਨ ਵੀ ਕਰ ਸਕਣ, ਇਹ ਵੀ ਉਹ ਕਰ ਸਕਦੇ ਸੀ। ਸੋ ਇਸ ਤਰ੍ਹਾਂ ਅੰਗਰੇਜ਼ੀ ਜ਼ਬਾਨ ਨੇ ਇੱਕ ਕਾਮਨ ਪਲੇਟਫਾਰਮ ਦੀ ਤਰ੍ਹਾਂ 'ਤੇ ਉਹਨਾਂ ਨੂੰ ਆਪਸ ਦੇ ਵਿੱਚ ਜੋੜਿਆ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਇਕੱਠੇ ਹੋਣ ਦੀ ਸਪਿਰਿਟ ਪੈਦਾ ਕੀਤੀ। ਅੰਗਰੇਜ਼ੀ ਜ਼ਬਾਨ ਦੀ ਜਾਣਕਾਰੀ ਪ੍ਰਾਪਤ ਹੋਣ 'ਤੇ ਭਾਰਤੀ ਉੱਨਤ ਦੇਸ਼ਾਂ ਦਾ ਇਤਿਹਾਸ ਪੜ੍ਹਨ ਦੇ ਯੋਗ ਹੋ ਸਕੇ। ਬੇਟਾ ਇਹ ਬਹੁਤ ਇੰਪੋਰਟੈਂਟ ਹੈ। ਜਿਹੀ ਜਿਹੀ ਚੀਜ਼ ਅਸੀਂ ਪੜ੍ਹਾਂਗੇ, ਉਹ ਜੇ ਸਾਡੇ ਮਨ 'ਤੇ ਪ੍ਰਭਾਵ ਪਊਗਾ। ਅਸੀਂ ਡਿਵੈਲਪਡ ਕੰਟਰੀ, ਉਸ ਸਮੇਂ ਦੇ ਜਿਹੜੇ ਦੇਸ਼ਾਂ ਦੇ ਲਿਟਰੇਚਰ ਪੜ੍ਹੇ, ਉਹਨਾਂ ਦੇ ਇਤਿਹਾਸ ਬਾਰੇ ਪੜ੍ਹਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਆਜ਼ਾਦੀਆਂ ਪ੍ਰਾਪਤ ਕੀਤੀਆਂ, ਇੱਕਜੁੱਟ ਹੋ ਕੇ ਉਹਨਾਂ ਨੇ ਆਪਣੇ ਨੂੰ ਆਜ਼ਾਦ ਕਰਾਇਆ। ਇਸੇ ਤਰ੍ਹਾਂ ਅਸੀਂ ਵੀ ਇੱਕਜੁੱਟ ਹੋ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾ ਸਕਦੇ ਹਾਂ, ਅਤੇ ਉਹਨਾਂ ਦੇ ਮਨਾਂ ਦੇ ਵਿੱਚ ਰਾਸ਼ਟਰੀ ਏਕਤਾ ਦਾ ਵਿਕਾਸ ਹੋਇਆ। ਇਸ ਤਰ੍ਹਾਂ ਜਿਵੇਂ ਕਿ ਸਾਡੇ ਕੋਲ ਵਿਦੇਸ਼ੀ ਲਿਟਰੇਚਰ ਦੇ ਵਿੱਚ ਵਿਦੇਸ਼ੀ ਲੇਖਕ ਆਉਂਦੇ ਨੇ, ਮਿਲਟਨ, ਹੈ ਨਾ, ਉਹਦੀਆਂ ਜੀਵਨੀਆਂ ਲੋਕਾਂ ਨੇ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਇੰਗਲਿਸ਼ ਪੜ੍ਹਨ ਲੱਗ ਗਏ ਸੀ ਲੋਕ। ਮਿਲਜ਼ ਆ ਗਏ, ਵਰਨ ਆ ਗਏ, ਵਾਰਨਸਟੇਨ ਆ ਗਏ, ਰੂਸੋ ਆ ਗਏ, ਹੈ ਨਾ, ਆਪਣੇ ਜੌਨ ਸਟਿਊਅਰਟ ਮਿਲਜ਼ ਦੀ ਔਨ ਲਿਬਰਟੀ ਬੁੱਕ ਪੜ੍ਹੀ। ਸੋ ਇਸ ਤਰ੍ਹਾਂ ਦਾ ਲਿਟਰੇਚਰ ਸੀ ਜਿਹੜਾ ਇਹਦੇ ਵਿੱਚ ਭਾਰਤੀ ਲੋਕਾਂ ਦੇ ਮਨ ਦੇ ਵਿੱਚ, ਹੈ ਨਾ, ਆਜ਼ਾਦੀ, ਸਮਾਨਤਾ, ਭਾਈਚਾਰੇ ਅਤੇ ਰਾਸ਼ਟਰੀ ਏਕਤਾ ਪੈਦਾ ਹੋਣ ਨੂੰ ਬਲ ਮਿਲਿਆ। ਅਤੇ ਉਹਨਾਂ ਨੇ ਬਹੁਤ ਜ਼ਿਆਦਾ ਇਸ ਲਿਟਰੇਚਰ ਨੇ ਉਹਨਾਂ ਦੇ ਮਨਾਂ ਦੇ ਵਿੱਚ ਜਾਗ੍ਰਿਤੀ ਪੈਦਾ ਕੀਤੀ, ਅਤੇ ਰਾਸ਼ਟਰੀ ਏਕਤਾ ਪੁਰਜੋਰ ਦਿਨ ਰਾਤ ਦੁੱਗਣੀ ਚੌਕੀ ਤਰੱਕੀ ਜਿਹੜੀ ਆਪਣੇ ਕਰਨੀ ਲੱਗ ਪਈ, ਅਤੇ ਲੋਕ ਇਕੱਠੇ ਹੋਣੇ ਸ਼ੁਰੂ ਕਰਤੇ। ਇਸ ਤੋਂ ਮਗਰੋਂ ਭਾਰਤੀ ਲੋਕਾਂ ਦੀ ਆਪਾਂ ਆਰਥਿਕ ਲੁੱਟ ਖਸੁੱਟ ਦੀ ਗੱਲ ਕਰੀਏ, ਤਾਂ ਇਸ ਨੇ ਵੀ ਉਹਨਾਂ ਦੇ ਮਨਾਂ ਦੇ ਵਿੱਚ ਨੈਸ਼ਨਲ ਸਪਿਰਿਟ ਨੂੰ ਪ੍ਰੋਡਿਊਸ ਕਰਨ ਵਾਸਤੇ ਬਹੁਤ ਰੋਲ ਅਦਾ ਕੀਤਾ। ਅੰਗਰੇਜ਼ ਵੱਧ ਤੋਂ ਵੱਧ ਧਨ ਕਮਾਉਣ ਲਈ ਭਾਰਤੀ ਲੋਕਾਂ ਕੋਲੋਂ ਸਸਤੇ ਮੁੱਲ 'ਤੇ ਕੱਚਾ ਮਾਲ ਖਰੀਦ ਕੇ ਇੰਗਲੈਂਡ ਭੇਜ ਦਿੰਦੇ ਸੀ। ਬੇਟਾ ਅੰਗਰੇਜ਼ਾਂ ਦਾ ਮੁੱਖ ਮਕਸਦ ਹੀ ਕੀ ਸੀ? ਭਾਰਤ ਤੋਂ ਵੱਧ ਧਨ ਦੌਲਤ ਲੁੱਟਣੀ ਅਤੇ ਆਪਦੇ ਦੇਸ਼ ਭੇਜ ਦੇਣੀ। ਉੱਥੋਂ ਦੇ ਕਾਰਖਾਨੇ 'ਚੋਂ ਇਹੀ ਕੱਚਾ ਮਾਲ ਉੱਥੋਂ ਦੇ ਕਾਰਖਾਨੇ 'ਚ ਭੇਜ ਦਿੰਦੇ ਜੀ। ਉੱਥੋਂ ਤਿਆਰ ਕੀਤਾ ਮਾਲ ਮਹਿੰਗੇ ਭਾਅ ਦੇ ਉੱਤੇ ਲਿਆ ਕੇ ਭਾਰਤ ਦੇ ਵਿੱਚ ਭੇਜ ਦਿੰਦੇ। ਦੇਖੋ, ਸਸਤੇ ਭਾਅ 'ਚ ਲੈ ਗਏ, ਤਿਆਰ ਕਰਕੇ ਉਸੇ ਮਾਲ ਨੂੰ ਉਹੀ ਲੋਕਾਂ ਨੂੰ ਮਹਿੰਗੇ ਭਾਅ ਦੇ ਵੇਚੀ ਜਾਣਾ ਸੀ। ਨੈਚੁਰਲੀ ਗੱਲ, ਲੁੱਟ ਖਸੁੱਟ ਤਾਂ ਹੋਣੀ ਹੋਈ ਹੈ ਨਾ। ਇੱਕ ਚੀਜ਼ ਸਸਤੀ ਲੈ ਕੇ ਮਹਿੰਗੀ ਲੈ ਕੇ ਤੁਸੀਂ ਵੇਚ ਰਹੇ ਹੋ, ਮਜਬੂਰ ਕਰ ਰਹੇ ਹੋ ਵੀ ਇਹੀ ਖਰੀਦੋ। ਅੰਗਰੇਜ਼ਾਂ ਨੇ ਭਾਰਤ ਵਿੱਚ ਇਸ ਤਰ੍ਹਾਂ ਦੀਆਂ ਆਰਥਿਕ ਨੀਤੀਆਂ ਨੂੰ ਅਪਣਾਇਆ। ਉਹਨਾਂ ਦਾ ਕਬਜ਼ਾ ਸੀ, ਉਹਨਾਂ ਦੀ ਮਲਕੀਅਤ ਸੀ, ਉਹ ਆਪਣਾ ਰਾਜ ਕਰਦੇ ਸੀ, ਜਿਸ ਨਾਲ ਭਾਰਤ ਦੀ ਕਿਸਾਨੀ, ਵਪਾਰ ਅਤੇ ਉਦਯੋਗ ਤਬਾਹ ਹੋ ਗਏ। ਸਮਾਜ ਨੂੰ ਚਲਾਉਣ ਵਾਲੀਆਂ ਕਿਸਾਨੀ, ਵਪਾਰ ਅਤੇ ਉਦਯੋਗ ਨੂੰ ਉਹਨਾਂ ਨੇ ਤਬਾਹ ਕਰਤਾ, ਬਰਬਾਦ ਕਰਤਾ। ਕਿਸਾਨੀ ਬਰਬਾਦ ਹੋ ਗਈ, ਸਾਡੇ ਲੋਕਾਂ ਦੇ ਛੋਟੇ ਧੰਦੇ ਵਿਵਹਾਰ ਹੋ ਗਏ। ਉਦਯੋਗ, ਸਾਡੇ ਭਾਰਤ ਦੇ ਜਿਹੜੇ ਕੱਚੇ ਉਦਯੋਗ ਸੀ, ਛੋਟੇ ਉਦਯੋਗ ਸੀ, ਲਘੂ ਉਦਯੋਗ ਸੀ, ਉਹ ਸਾਰੇ ਬਰਬਾਦ ਹੋ ਗਏ, ਕਿਉਂਕਿ ਉਹਨਾਂ ਦੇ ਸਾਹਮਣੇ ਕਾਰਖਾਨਿਆਂ ਤੋਂ ਤਿਆਰ ਕੀਤਾ ਹੋਇਆ ਮਾਲ ਆਉਣ ਲੱਗ ਗਿਆ। ਸੋ ਇਸ ਤਰ੍ਹਾਂ ਭਾਰਤ ਦੇ ਲੋਕਾਂ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਮਾੜੀ ਹੋ ਗਈ। ਸਿੱਟੇ ਵਜੋਂ ਭਾਰਤ ਦਾ ਧਨ ਇੰਗਲੈਂਡ ਨੂੰ ਜਾਣ ਲੱਗਾ, ਅਤੇ ਭਾਰਤ ਦੇ ਲੋਕ ਗਰੀਬ ਹੋ ਗਏ। ਪਹਿਲਾਂ ਹੀ ਗਰੀਬ ਸੀ ਵਿਚਾਰੇ, ਹੋਰ ਗਰੀਬ ਹੋਣ ਲੱਗ ਗਏ, ਹੋਰ ਉਹਨਾਂ ਦੀ ਲੁੱਟ ਖਸੁੱਟ ਹੋਣ ਲੱਗ ਗਈ। ਤੰਗ ਹੋਇਆ ਬੰਦਾ ਕੀ ਨਾ ਕਰਦਾ। ਇਸ ਤਰ੍ਹਾਂ ਭਾਰਤ ਦੇ ਲੋਕ ਇੰਨੇ ਜ਼ਿਆਦਾ ਤੰਗ ਹੋ ਗਏ ਵੀ ਉਹ ਅੰਗਰੇਜ਼ਾਂ ਦਾ ਵਿਰੋਧ ਕਰਨ ਲੱਗ ਗਏ, ਉਹਨਾਂ ਦੇ ਅਗੇਂਸਟ ਹੋਣ ਲੱਗ ਗਏ ਵੀ ਅਸੀਂ ਮਰੇ ਤਾਂ ਇੱਧਰ ਵੀ ਮਰੇ ਹਾਂ, ਤਾਂ ਕੀ ਪਤਾ ਸਾਨੂੰ ਐ ਕੋਈ ਆਜ਼ਾਦੀ ਮਿਲ ਜੇ। ਆ ਤਸਵੀਰ ਦੇ ਵੀ ਦੇਖੋ ਵੀ ਕਿਸ ਤਰ੍ਹਾਂ ਗਰੀਬ ਲੋਕ ਵਿਚਾਰੇ ਨੰਗੇ ਭੁੱਖੇ ਬੈਠੇ ਨੇ, ਕਿੰਨੀ ਇਹਨਾਂ ਦੀ ਕਮਜ਼ੋਰ ਨੇ ਫਿਜ਼ੀਕਲੀ। ਸੋ ਇਹ ਸਾਰਾ ਕੁਛ ਅੰਗਰੇਜ਼ਾਂ ਦੀਆਂ ਇਹ ਲੁੱਟ ਖਸੁੱਟ ਦੀਆਂ ਨੀਤੀਆਂ ਕਰਕੇ ਹੋਇਆ। ਕਿਸਾਨਾਂ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਸੀ, ਪਰ ਟੈਕਸ ਦੇ ਕੇ ਉਹਨਾਂ ਨੂੰ ਆਪਦੇ ਪੱਲੇ ਕੁਛ ਵੀ ਨਹੀਂ ਸੀ ਪੈਂਦਾ। ਸੋ ਇਹ ਕੁਝ ਕਾਰਨ ਸੀ ਜਿਹਦੇ ਕਰਕੇ ਭਾਰਤੀ ਲੋਕਾਂ ਦੇ ਮਨ ਦੇ ਵਿੱਚ ਰਾਸ਼ਟਰੀ ਚੇਤਨਾ ਪੈਦਾ ਹੋਈ। ਫਿਰ ਆਪਾਂ 6 ਨੰਬਰ ਪੁਆਇੰਟ ਦੇਖਦੇ ਹਾਂ, ਭਾਰਤੀਆਂ ਨੂੰ ਉੱਚ ਨੌਕਰੀਆਂ 'ਤੇ ਨਿਯੁਕਤ ਨਾ ਕਰਨਾ। ਬੇਟਾ ਇਹ ਵੀ ਸੀ, ਭੇਦਭਾਵ ਕੀਤਾ ਜਾਂਦਾ ਸੀ। ਅੰਗਰੇਜ਼ੀ ਸਰਕਾਰ ਭਾਰਤੀਆਂ ਨੂੰ ਯੋਗਤਾ ਅਨੁਸਾਰ ਉੱਚ ਨੌਕਰੀਆਂ ਉੱਤੇ ਨਿਯੁਕਤ
नहीं सी करदी। ਚਾਹੇ ਕੋਈ ਕਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੁੰਦਾ ਸੀ, ਉਹਨੂੰ ਇੱਕ ਕਲੈਰੀਕਲ ਜੋਬ ਜਾਂ ਇੱਕ ਦਰਜਾ ਹੁੰਦਾ ਸੀ, ਉਸ ਤੋਂ ਉੱਪਰ ਉਹਨੂੰ ਅਹੁਦਾ ਦਿੱਤਾ ਹੀ ਨਹੀਂ ਜਾਂਦਾ। ਇਸ ਦੇ ਇਲਾਵਾ ਇੱਕੋ ਜਿਹੀ ਨੌਕਰੀ ਕਰਨ ਵਾਲੇ ਅੰਗਰੇਜ਼ ਕਰਮਚਾਰੀ ਕਈ ਜਿਹੜੇ ਸੇਮ ਲੈਵਲ 'ਤੇ ਇੱਕੋ ਹੀ ਪੋਸਟ ਦੇ ਉੱਤੇ ਕੰਮ ਕਰ ਰਹੇ ਸੀ, ਇੱਕ ਪਾਸੇ ਅੰਗਰੇਜ਼ ਕੰਮ ਕਰ ਰਿਹਾ ਸੀ, ਇੱਕ ਪਾਸੇ ਕੋਈ ਭਾਰਤੀਆ ਕੰਮ ਕਰ ਰਿਹਾ ਸੀ, ਤਾਂ ਭਾਰਤੀਆਂ ਨੂੰ ਉਸੇ ਪੋਸਟ ਵਾਸਤੇ ਘੱਟ ਤਨਖਾਹ ਅਤੇ ਭੱਤੇ ਦਿੱਤੇ ਜਾਂਦੇ ਸੀ। ਇੱਕੋ ਹੀ ਪੋਸਟ ਹੈ, ਮੰਨ ਲਓ ਉਹ 'ਤੇ ਇੱਕ ਅੰਗਰੇਜ਼ ਲੱਗਿਆ ਹੋਇਆ, ਉਹਦੀ ਤਨਖਾਹ ਵੱਧ ਸੀ, ਉਸੇ ਦੇ ਇੱਕ ਭਾਰਤੀ ਕੰਮ ਕਰ ਰਿਹਾ ਹੈ ਤਾਂ ਉਸ ਦੀ ਤਨਖਾਹ ਘੱਟ ਸੀ। ਸੋ ਇਸ ਤਰ੍ਹਾਂ ਇਹ ਵੱਡਾ ਇੱਕ ਭੇਦਭਾਵ ਕੀਤਾ ਜਾ ਰਿਹਾ ਸੀ, ਜਿਹਦੇ ਵਿੱਚ ਜਿਹੜੇ ਸਰਕਾਰੀ ਮੁਲਾਜ਼ਮ ਸੀ ਉਹਨਾਂ ਦੇ ਮਨਾਂ ਦੇ ਵਿੱਚ ਵੀ ਅੰਗਰੇਜ਼ਾਂ ਦੇ ਵਿਰੁੱਧ ਭਾਵਨਾ ਪੈਦਾ ਹੋਣ ਲੱਗ ਗਈ। ਇਸ ਭੇਦਭਾਵ ਨੇ ਭਾਰਤੀਆਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਕਰਨ ਦਾ ਇੱਕ ਹੋਰ ਕਾਰਨ ਬਣਿਆ। ਇਹ ਵੀ ਇੱਕ ਮੁੱਖ ਕਾਰਨ ਬਣਿਆ ਵੀ ਜਿਹੜੇ ਉੱਥੋਂ ਦੇ ਮੁਲਾਜ਼ਮ ਸੀ ਸਰਕਾਰੀ, ਉਹ ਵੀ ਅੰਗਰੇਜ਼ਾਂ ਦੇ ਅਗੇਂਸਟ ਹੋਣਾ ਸ਼ੁਰੂ ਹੋ ਗਏ। ਸੋ ਅੱਗੇ ਸਾਡੇ ਕੋਲੇ ਆ ਗਿਆ ਬੇਟਾ ਭਾਰਤੀ ਸਮਾਚਾਰ ਪੱਤਰ ਅਤੇ ਸਾਹਿਤ। ਬੇਟਾ ਬਿਲਕੁਲ ਵਧੀਆ ਉਹ ਚੀਜ਼ ਹੈ। ਉਸ ਸਮੇਂ ਦੇ ਜਿਹੜੇ ਰਾਸ਼ਟਰੀ ਚੇਤਨਾ ਪੈਦਾ ਕਰਨ ਲਈ ਭਾਰਤੀ ਅਖਬਾਰਾਂ ਅਤੇ ਸਾਹਿਤ ਨੇ ਵੀ ਵਿਸ਼ੇਸ਼ ਯੋਗਦਾਨ ਦਿੱਤਾ। ਭਾਰਤ ਦੇ ਅਖਬਾਰ ਨਿਡਰ ਹੋ ਕੇ ਇਮਾਨਦਾਰੀ ਨਾਲ ਅੰਗਰੇਜ਼ਾਂ ਦੀਆਂ ਨੀਤੀਆਂ, ਅੰਗਰੇਜ਼ਾਂ ਦੇ ਬੁਰੇ ਕਾਰਜ ਉਹ ਭਾਰਤੀ ਜਨਤਾ ਦੇ ਸਾਹਮਣੇ ਲੈ ਕੇ ਆਉਂਦੇ ਸੀ। ਭਾਰਤੀਆਂ ਨੇ ਆਪਣੀਆਂ ਅਖਬਾਰਾਂ ਵਿੱਚ ਅੰਗਰੇਜ਼ਾਂ ਦੁਆਰਾ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਦੀ ਆਲੋਚਨਾ ਕੀਤੀ, ਲੋਕਾਂ ਨੂੰ ਜਾਣੂ ਕਰਾਇਆ ਵੀ ਅੰਗਰੇਜ਼ ਕੀ ਕਰ ਰਹੇ ਨੇ, ਕਿਸ ਤਰ੍ਹਾਂ ਭਾਰਤ ਦੀ ਲੁੱਟ ਖਸੁੱਟ ਕਰ ਰਹੇ ਨੇ, ਕਿਸ ਤਰ੍ਹਾਂ ਉਹਨਾਂ ਨੇ ਭਾਰਤ ਦੇ ਲੋਕਾਂ ਦੇ ਉੱਤੇ ਅਤਿਆਚਾਰ ਕੀਤੇ ਨੇ, ਕਿਸ ਤਰ੍ਹਾਂ ਦੇ ਕਾਨੂੰਨ ਬਣਾਏ ਨੇ। ਇਹ ਸਾਰੀ ਜਾਣਕਾਰੀ ਉਸ ਸਮੇਂ ਦੇ ਸਮਾਚਾਰ ਪੱਤਰਾਂ ਰਾਹੀਂ ਭਾਰਤ ਦੇ ਲੋਕਾਂ ਨੂੰ ਮਿਲਦੀ ਸੀ। ਸਮਾਚਾਰ ਪੱਤਰਾਂ ਵਿੱਚ ਭਾਰਤੀਆਂ ਨੂੰ ਇਕੱਠੇ ਹੋਣ, ਰਾਸ਼ਟਰੀ ਭਲਾਈ ਬਾਰੇ ਸੋਚਣ, ਲੋਕਤੰਤਰ ਅਤੇ ਸੁਤੰਤਰਤਾ ਸੰਬੰਧੀ ਲੇਖ ਲਿਖੇ ਜਾਂਦੇ ਸੀ, ਜਿਨ੍ਹਾਂ ਨੂੰ ਪੜ੍ਹ ਕੇ ਮਨਾਂ ਦੇ ਵਿੱਚ, ਜਦੋਂ ਅਸੀਂ ਕਿਸੇ ਚੀਜ਼ ਨੂੰ ਪੜ੍ਹਦੇ ਹਾਂ ਨਾ, ਸਾਡੇ ਮਨ ਦੇ ਉੱਤੇ ਪ੍ਰਭਾਵ ਪੈਂਦਾ। ਸੋ ਇਹ ਅਜਿਹੇ ਨਿਊਜ਼ਪੇਪਰਾਂ ਦੇ ਵਿੱਚ ਲਾਈਆਂ ਜਾਂਦੀਆਂ ਸੀ ਜਿਹੜੇ ਲੋਕਾਂ ਦੇ ਮਨਾਂ ਦੇ ਉੱਤੇ ਪ੍ਰਭਾਵ ਪਾਉਣ ਅਤੇ ਉਹਨਾਂ ਨੂੰ ਜਾਗਰਿਤ ਕਰਨ ਵੀ ਹਾਂ ਅਸੀਂ ਇਹ ਕਰਨਾ ਹੈ, ਅਸੀਂ ਆਜ਼ਾਦੀ ਪ੍ਰਾਪਤ ਕਰਨੀ ਹੈ, ਅਸੀਂ ਸੁਤੰਤਰਤਾ ਲੈਣੀ ਹੈ, ਅਸੀਂ ਲੋਕਤੰਤਰ ਲੈ ਕੇ ਆਉਣਾ। ਸੋ ਇਸ ਤਰ੍ਹਾਂ ਦੀ ਸਪਿਰਿਟ ਇਹਨਾਂ ਨਿਊਜ਼ਪੇਪਰ ਦੁਆਰਾ ਭਾਰਤੀ ਲੋਕਾਂ ਦੇ ਮਨ ਦੇ ਵਿੱਚ ਭਰੀ ਜਾਂਦੀ ਸੀ, ਜਿਹਦੇ ਵਿੱਚ ਬੰਬੇ ਸਮਾਚਾਰ ਇਹ ਨਿਊਜ਼ਪੇਪਰ ਹੈ, ਅੰਮ੍ਰਿਤ ਬਾਜ਼ਾਰ ਪੱਤਰਿਕਾ ਇਹ ਸਮਾਚਾਰ ਪੱਤਰ ਸੀ ਉਸ ਸਮੇਂ ਦਾ, ਦਾ ਹਿੰਦੂ, ਦਾ ਮਰਾਠਾ, ਦਾ ਕੇਸਰੀ ਆਦਿ ਉਸ ਸਮੇਂ ਦੀਆਂ ਪ੍ਰਸਿੱਧ ਪੱਤਰਕਾਰਾਂ ਸੀਗੀਆਂ, ਜਿਨ੍ਹਾਂ ਨੇ ਵੱਖ-ਵੱਖ ਲੈਂਗੁਏਜ ਦੇ ਵਿੱਚ ਭਾਰਤੀ ਲੋਕਾਂ ਦੇ ਮਨਾਂ ਦੇ ਵਿੱਚ ਲੋਕਤੰਤਰ ਬਾਰੇ, ਸੁਤੰਤਰਤਾ ਬਾਰੇ, ਰਾਸ਼ਟਰੀ ਚੇਤਨਾ ਬਾਰੇ ਇਕਜੁੱਟ ਹੋ ਕੇ ਯੂਨਿਟੀ ਦੀ ਫਾਰਮ ਦੇ ਵਿੱਚ ਕੰਮ ਕਰਨ ਲਈ ਇੱਕ ਸਪਿਰਿਟ ਪੈਦਾ ਕੀਤੀ, ਉਹਨਾਂ ਦੇ ਮਨਾਂ ਦੇ ਉੱਤੇ ਪ੍ਰਭਾਵ ਪਾਇਆ, ਉਹਨਾਂ ਦੇ ਮਨਾਂ ਨੂੰ ਇਨਲਾਈਟਡ ਕੀਤਾ, ਪ੍ਰਕਾਸ਼ਿਤ ਕੀਤਾ, ਤਾਂ ਜੋ ਇਕੱਠੇ ਹੋ ਕੇ ਅਸੀਂ ਅੰਗਰੇਜ਼ਾਂ ਦਾ ਵਿਰੋਧ ਕਰ ਸਕੀਏ, ਉਹਨਾਂ ਤੋਂ ਆਜ਼ਾਦੀ ਪ੍ਰਾਪਤ ਕਰ ਸਕੀਏ। ਸੋ ਇਸ ਤਰ੍ਹਾਂ ਭਾਰਤੀ ਲਿਟਰੇਚਰ ਨੇ ਵੀ ਉਸ 'ਤੇ ਬੜਾ ਜ਼ੋਰ ਦਿੱਤਾ। ਉਸ ਸਮੇਂ ਦੇ ਪ੍ਰਸਿੱਧ ਜਿਹੜੇ ਸਾਡੇ ਲਿਖਾਰੀ ਸੀ, ਜਿਵੇਂ ਬੰਕਿਮ ਚੰਦਰ ਚੈਟਰਜੀ, ਰਵਿੰਦਰਨਾਥ ਟੈਗੋਰ ਜੀ, ਕੇਸ਼ਵ ਚੰਦਰ ਸੇਨ ਜੀ, ਇਹਨਾਂ ਨੇ ਆਪਣੇ ਲੇਖਾਂ, ਕਵਿਤਾਵਾਂ, ਗਾਣਿਆਂ ਅਤੇ ਨਾਵਲਾਂ ਰਾਹੀਂ ਵੀ ਲੋਕਾਂ ਦੇ ਮਨਾਂ ਵਿੱਚ ਜੋਸ਼ ਪੈਦਾ ਕੀਤਾ, ਹੈ ਨਾ। ਇੱਕ ਸੌਂਗ ਆਉਂਦਾ ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ ਬਸੰਤੀ, ਹੈ ਨਾ। ਸੋ ਇਸ ਤਰ੍ਹਾਂ ਜਦੋਂ ਨਾ ਸਾਡੇ ਲਿਟਰੇਚਰ ਨੂੰ ਪਿੱਛੇ ਮਿਊਜ਼ਿਕ ਮਿਲ ਜਾਂਦਾ ਬੇਟਾ, ਉਹ ਮਨ ਦੇ ਉੱਤੇ ਹੋਰ ਜ਼ਿਆਦਾ ਪ੍ਰਭਾਵ ਪਾਉਂਦਾ। ਸੋ ਇਹ ਕਵਿਤਾਵਾਂ ਰਾਹੀਂ, ਗਾਣਿਆਂ ਰਾਹੀਂ ਲੋਕਾਂ ਨੂੰ ਦੇਸ਼ ਭਗਤੀ ਬਾਰੇ ਪ੍ਰੇਰਿਤ ਕਰਦੇ ਸੀ, ਅੰਗਰੇਜ਼ਾਂ ਦੇ ਵਿਰੁੱਧ ਹੈ ਨਾ ਜਾਣ ਵਾਸਤੇ ਪ੍ਰੇਰਿਤ ਕਰਦੇ ਸੀ, ਸਵਦੇਸ਼ੀ ਚੀਜ਼ਾਂ ਅਪਣਾਉਣ ਵਾਸਤੇ ਪ੍ਰੇਰਿਤ ਕਰਦੇ ਸੀ। ਉਹਨਾਂ ਦੇ ਮਨਾਂ ਦੇ ਵਿੱਚ ਰਾਸ਼ਟਰੀ ਜਿਹੜੀ ਸਪਿਰਿਟ ਸੀ ਉਹ ਪੈਦਾ ਕਰਨ ਵਾਸਤੇ ਇਹ ਲੋਕਾਂ ਦੁਆਰਾ ਆਪਣੇ ਗਾਣੇ, ਕਵਿਤਾਵਾਂ ਦਾ ਉਚਾਰਨ ਕੀਤਾ ਜਾਂਦਾ ਸੀ। ਇਹਨਾਂ ਸਾਰਿਆਂ ਦੇ ਸਦਕੇ, ਜਿਹਦੇ ਵਿੱਚੋਂ ਬੰਕਿਮ ਚੰਦਰ ਚੈਟਰਜੀ ਦੁਆਰਾ ਲਿਖੀ ਗਈ ਇੱਕ ਪੁਸਤਕ ਸੀ ਆਨੰਦ ਮਠ, ਬੜੀ ਇੰਪੋਰਟੈਂਟ ਬੁੱਕ ਹੈ ਬੇਟਾ ਇਹ ਆਨੰਦ ਮਠ ਪੁਸਤਕ। ਕਿਸ ਦੁਆਰਾ ਲਿਖੀ ਜਾਂਦੀ ਹੈ? ਬੰਕਿਮ ਚੰਦਰ ਚੈਟਰਜੀ ਦੁਆਰਾ ਲਿਖੀ ਜਾਂਦੀ ਹੈ। ਉਸ ਸਮੇਂ ਜਦੋਂ ਰਾਸ਼ਟਰੀ ਚੇਤਨਾ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਹੋਣੀ ਸ਼ੁਰੂ ਹੋ ਜੂਈ ਸੀ, ਇਸ ਨੇ ਉਹਦੇ ਵਿੱਚ ਬਲਦੀ ਭਾਂਬੜ ਦੇ ਵਿੱਚ ਤੇਲ ਵਾਲਾ ਕੰਮ ਕੀਤਾ। ਤਾਂ ਇਸ ਦੇ ਵਿੱਚੋਂ ਹੀ ਸਾਡਾ ਜਿਹੜਾ ਰਾਸ਼ਟਰੀ ਗੀਤ ਹੈ ਨਾ, ਰਾਸ਼ਟਰੀ ਗੀਤ ਸਾਡਾ ਕੀ ਹੈ? ਉਹ ਸਾਡਾ ਆਨੰਦ ਮਠ ਦੇ ਵਿੱਚੋਂ ਹੀ ਲਿਆ ਗਿਆ ਹੈ। ਸਾਡਾ ਬੰਦੇ ਮਾਤਰਮ ਜਿਹੜਾ ਸਾਡਾ ਰਾਸ਼ਟਰੀ ਗੀਤ ਹੈ ਉਹ ਬੰਕਿਮ ਚੰਦਰ ਚੈਟਰਜੀ ਦੇ ਆਨੰਦ ਮਠ ਵਿੱਚੋਂ ਲਿਆ ਗਿਆ ਹੈ। ਸਾਡਾ ਰਾਸ਼ਟਰੀ ਗਾਨ ਜਨਗਣ ਮਨ ਰਵਿੰਦਰਨਾਥ ਟੈਗੋਰ ਜੀ ਦੁਆਰਾ, ਉਹਨਾਂ ਦੁਆਰਾ ਲਿਖਿਆ ਗਿਆ ਹੈ। ਸੋ ਇਸ ਤਰ੍ਹਾਂ ਦੇ ਜਿਹੜਾ ਲਿਟਰੇਚਰ ਸੀ ਉਸ ਨੂੰ ਜਦੋਂ ਮਿਊਜ਼ਿਕ ਵੱਧ ਕੀਤਾ ਗਿਆ, ਗਾਣਿਆਂ ਦੇ ਰੂਪ ਦੇ ਵਿੱਚ ਕੀਤਾ ਗਿਆ, ਉਹਨਾਂ ਲੋਕਾਂ ਦੇ ਮਨਾਂ ਦੇ ਉੱਤੇ ਹੋਰ ਵੀ ਜ਼ਿਆਦਾ ਪ੍ਰਭਾਵ ਪਾਇਆ। ਸੋ ਇਹਦਾ ਅਗਲਾ ਅੰਤਿਮ ਪੁਆਇੰਟ ਹੈ ਜਿਹੜਾ ਐਲਬਰਟ ਬਿੱਲ ਦਾ ਵਿਰੋਧ। ਸੋ ਬੇਟਾ 1880 ਵਿੱਚ ਲਾਰਡ ਰਿਪਨ ਭਾਰਤ ਦਾ ਵਾਇਸਰਾਏ ਬਣਿਆ, ਹੈ ਨਾ। ਉਹ ਅੰਗਰੇਜ਼ਾਂ ਦੇ ਵਿੱਚੋਂ ਇੱਕ ਪਹਿਲਾ ਅੰਗਰੇਜ਼ ਇਹ ਸੀ ਜਿਹੜਾ ਭਾਰਤ ਵਾਸੀਆਂ ਨਾਲ ਹਮਦਰਦੀ ਰੱਖਦਾ ਸੀ। ਉਹਨੂੰ ਇਹ ਸੀ ਵੀ ਹਿਊਮੈਨਿਟੀ, ਮਨੁੱਖਤਾ ਦੇ ਤੌਰ ਦੇ ਉੱਤੇ ਉਹ ਚਾਹੁੰਦਾ ਸੀ ਵੀ ਭਾਰਤਾਂ ਨੂੰ ਵੀ ਇਕੁਐਲਿਟੀ ਮਿਲੇ, ਅੰਗਰੇਜ਼ਾਂ ਦੇ ਬਰਾਬਰ ਦੇ ਅਧਿਕਾਰ ਮਿਲਣ, ਉਹ ਵੀ ਮਨੁੱਖ ਨੇ, ਉਹਨਾਂ ਨੂੰ ਵੀ ਕੁਝ ਰਾਈਟਸ ਮਿਲਣੇ ਚਾਹੀਦੇ ਨੇ। ਉਸਨੇ ਲਾਰਡ ਲਿਟਨ ਦੁਆਰਾ ਲਗਾਈਆਂ ਗਈਆਂ ਬਹੁਤ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ। ਇਹ ਆਪਣੇ ਕੋਲੇ ਲਾਰਡ ਰਿਪਨ ਦੀ ਪਿਕਚਰ ਆ ਗਈ, ਜਿਸ ਨੇ ਫਿਰ ਭਾਰਤੀਆਂ ਨੂੰ ਇਕੁਐਲਿਟੀ ਦੇਣ ਵਾਸਤੇ ਉਹ ਭਾਰਤ ਵਾਸੀਆਂ ਨੂੰ ਅੰਗਰੇਜ਼ਾਂ ਦੇ ਬਰਾਬਰ ਦਾ ਦਰਜਾ ਦੇਣਾ ਚਾਹੁੰਦਾ ਸੀ। ਭਾਰਤੀਆਂ ਨਾਲ ਹੋ ਰਹੇ ਅਨਿਆਏ ਨੂੰ ਦੂਰ ਕਰਨ ਲਈ ਲਾਰਡ
ਰਿਪਨ ਨੇ 1853 ਈਸਵੀ ਵਿੱਚ ਇਲਬਰਟ ਬਿੱਲ ਪਾਸ ਕਰਾਉਣਾ ਚਾਹਿਆ, ਪਰ ਅੰਗਰੇਜ਼ਾਂ ਨੇ ਇਸ ਦਾ ਕਠੋਰ ਵਿਰੋਧ ਕਰਦਾ ਇਹਨੂੰ ਪਾਸ ਨਹੀਂ ਹੋਣ ਦਿੱਤਾ, ਜਿਹਦੇ ਕਰਕੇ ਭਾਰਤੀ ਲੋਕ ਹੋਰ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ। ਉਹਨਾਂ ਨੂੰ ਬੜੀ ਨਫ਼ਰਤ ਹੋ ਗਈ ਵੀ ਸਾਡੇ ਵਾਸਤੇ ਪਹਿਲੀ ਵਾਰ ਤਾਂ ਕੋਈ ਬਿੱਲ ਆਉਣ ਲੱਗਿਆ ਸੀ ਜਿਹੜਾ ਇਹ ਅੰਗਰੇਜ਼ੀ ਸਰਕਾਰ ਨੇ ਪਾਸ ਨਹੀਂ ਹੋਣ ਦਿੱਤਾ। ਸੋ ਇਸ ਤਰ੍ਹਾਂ ਬੇਟਾ ਅਸੀਂ ਦੇਖਦੇ ਹਾਂ ਵੀ ਬਹੁਤ ਸਾਰੇ ਕਾਰਨ ਬਣੇ ਜਿਨ੍ਹਾਂ ਨੇ ਭਾਰਤ ਦੇ ਲੋਕਾਂ ਦੇ ਵਿੱਚ ਪ੍ਰਸ਼ਾਸਨਿਕ ਏਕਤਾ, ਸਮਾਜਿਕ ਧਾਰਮਿਕ ਸੁਧਾਰ ਲਹਿਰਾਂ ਦੇਖੀਆਂ ਆਪਾਂ ਨੇ, ਪੱਛਮੀ ਸਿੱਖਿਆ ਦਾ ਵਿਕਾਸ ਦੇਖਿਆ, ਭਾਰਤੀ ਲੋਕਾਂ ਦੀ ਲੁੱਟ ਖਸੁੱਟ ਦੇਖੀ, ਉਹਨਾਂ ਦੀ ਆਰਥਿਕ ਸਥਿਤੀ ਮਾੜੀ ਦੇਖੀ, ਭਾਰਤੀ ਸਮਾਚਾਰ ਪੱਤਰਾਂ ਦਾ ਕੀ ਅਹਿਮ ਰੋਲ ਰਿਹਾ, ਉਹ ਸਾਹਿਤ ਦਾ ਕੀ ਅਹਿਮ ਰੋਲ ਰਿਹਾ, ਵਿਦੇਸ਼ੀ ਅੰਦੋਲਨ ਭਾਰਤ ਤੋਂ ਬਾਹਰ ਜਿਹੜੇ ਦੇਸ਼ ਆਜ਼ਾਦ ਹੋਏ ਸੀ ਉਹਨਾਂ ਨੇ ਕਿਵੇਂ ਕ੍ਰਾਂਤੀਆਂ ਕੀਤੀਆਂ। ਇਹ ਸਾਰੀਆਂ ਚੀਜ਼ਾਂ ਨੇ ਭਾਰਤੀ ਲੋਕਾਂ ਦੇ ਮਨਾਂ ਦੇ ਵਿੱਚ ਅੰਗਰੇਜ਼ਾਂ ਲਈ ਇੱਕ ਨਫ਼ਰਤ ਦੀ ਅੱਗ ਨੂੰ ਭਾਂਬੜ ਵਾਂਗ ਭੜਕਾ ਦਿੱਤਾ। ਪਹਿਲਾਂ ਹੀ ਨਫ਼ਰਤ ਕਰਦੇ ਸੀ ਤਾਂ ਉਹਨਾਂ ਨੂੰ ਲੱਗਿਆ ਵੀ ਸਾਡੇ 'ਤੇ ਇੰਨੇ ਜ਼ੁਲਮ ਹੋ ਰਹੇ ਨੇ, ਉਹ ਹੋਰ ਵੀ ਜ਼ਿਆਦਾ ਅੰਗਰੇਜ਼ਾਂ ਨੂੰ ਨਫ਼ਰਤ ਕਰਨ ਲੱਗ ਗਏ ਅਤੇ ਉਹਨਾਂ ਨੇ ਠਾਣ ਲਿਆ ਵੀ ਅਸੀਂ ਹੁਣ ਆਜ਼ਾਦੀ ਪ੍ਰਾਪਤ ਕਰਕੇ ਹੀ ਰਹਾਂਗੇ, ਜਿਹਦੇ ਵਾਸਤੇ ਉਹਨਾਂ ਦੇ ਮਨਾਂ ਦੇ ਵਿੱਚ ਰਾਸ਼ਟਰੀ ਚੇਤਨਾ ਸੀ ਜਿਹੜੀ ਹੋਰ ਤੇਜ਼ ਤੀਬਰ ਹੋ ਗਈ ਅਤੇ ਉਹ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇਕਜੁੱਟ ਹੋਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਸੋ ਇਹਨਾਂ ਕਾਰਨਾਂ ਦਾ ਪ੍ਰਭਾਵ ਸੀ ਵੀ ਭਾਰਤ ਦੇ ਲੋਕਾਂ ਦੇ ਉੱਤੇ ਰਾਸ਼ਟਰੀ ਭਾਵਨਾ ਪੈਦਾ ਹੋਈ, ਰਾਸ਼ਟਰੀ ਚੇਤਨਾ ਦੇ ਪ੍ਰਸਾਰ ਬੜੀ ਤੇਜ਼ੀ ਨਾਲ ਹੋਣ ਲੱਗ ਪਿਆ ਸੀ। ਇਸ ਦੇ ਪ੍ਰਭਾਵ ਸਰਕਾ ਭਾਰਤੀ ਲੋਕਾਂ ਨੇ ਆਪਣੀਆਂ ਰਾਜਨੀਤਿਕ ਅਤੇ ਹੋਰ ਔਕੜਾਂ ਸੁਲਝਾਉਣ ਲਈ ਵੱਖ-ਵੱਖ ਪ੍ਰਾਂਤਾਂ ਵਿੱਚ, ਪੰਜਾਬ ਦੇ ਵਿੱਚ, ਗੁਜਰਾਤ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਕੇਰਲ ਦੇ ਵਿੱਚ, ਬੰਗਾਲ ਦੇ ਵਿੱਚ ਆਪਣੀਆਂ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਰਾਜਨੀਤਿਕ ਸੰਸਥਾਵਾਂ ਦੀ ਨੀਂਹ ਰੱਖੀ। ਹੁਣ ਇਹ ਵੱਖ-ਵੱਖ ਸੂਬਿਆਂ ਦੇ ਵਿੱਚ ਬੇਟਾ ਪ੍ਰਾਂਤਿਕ ਸੰਸਥਾਵਾਂ ਬਣਾਈਆਂ ਗਈਆਂ, ਪਰ ਇਹ ਖੇਤਰੀ ਸੰਸਥਾਵਾਂ ਜ਼ਿਆਦਾ ਤੱਕ ਪ੍ਰਭਾਵ ਇੱਕ ਸੀਮਿਤ ਖੇਤਰ ਤੱਕ ਹੁੰਦਾ ਸੀ। ਉਹ ਕੇਵਲ ਉਸ ਖੇਤਰ ਦੀ ਗੱਲ ਕਰਦੇ ਸੀ, ਉਹਨਾਂ ਦੀ ਭਲਾਈ ਦੇ ਕੰਮ ਕਰਦੇ ਜਿੱਥੋਂ ਉਹ ਖੇਤਰ 'ਚ ਬਣੀਆਂ ਹੁੰਦੀਆਂ ਸੀ, ਉਹਨਾਂ ਦੇ ਹੀ ਅਧਿਕਾਰਾਂ ਦੀ ਰੱਖਿਆ ਕਰਦੇ ਸੀ। ਸੋ ਇਸ ਤੋਂ ਬਿਨਾਂ ਸਾਨੂੰ ਕੀ ਲੋੜ ਸੀ, ਸਾਰੇ ਭਾਰਤ ਦੇ ਵਿਚਾਰਾਂ ਨੂੰ ਦਰਸਾਉਣ ਲਈ ਹਾਲੇ ਤੱਕ ਕੋਈ ਸੰਸਥਾ ਹੋਂਦ ਵਿੱਚ ਨਹੀਂ ਆਈ ਸੀ ਜਿਹੜੀ ਭਾਰਤ ਦੀ ਗੱਲ ਕਰੇ, ਪ੍ਰਾਂਤ ਨੂੰ ਛੱਡ ਕੇ ਭਾਰਤ ਦੀ ਗੱਲ ਕਰੇ। ਸੋ ਉਹ ਸਮੇਂ ਦੀ ਮੁੱਢਲੀ ਮੰਗ ਇਹੀ ਸੀ ਵੀ ਇੱਕ ਕਾਮਨ ਸੰਸਥਾ ਆਵੇ ਜਿਹੜੀ ਭਾਰਤ ਦੀ ਗੱਲ ਕਰ ਸਕੇ। ਇਹ ਕਾਮਨ ਸੰਸਥਾ ਕਦੋਂ ਬਣੀ, ਕਿਹੜੀ ਬਣੀ, ਕਿੱਥੇ ਬਣੀ, ਕਿਹਨੇ ਬਣਾਈ, ਇਸ ਦੇ ਬਾਰੇ ਆਪਾਂ ਅਗਲੇ ਚੈਪਟਰ ਦੇ ਵਿੱਚ ਪੜ੍ਹਾਂਗੇ। ਸੋ ਆਪਾਂ ਦੇਖਦੇ ਹਾਂ ਵੀ ਅੱਜ ਆਪਾਂ ਕੀ ਕੁਛ ਪੜ੍ਹ ਲਿਆ। ਦੁਹਰਾਈ ਦੇ ਵਿੱਚ ਆਪਾਂ ਹਲਕਾ ਜਿਹਾ ਨਿਗਾਹ ਮਾਰ ਲਈਏ। ਸਭ ਤੋਂ ਪਹਿਲਾਂ ਅਸੀਂ ਦੇਖਿਆ ਸੀ ਵੀ 19ਵੀਂ ਸਦੀ ਦੇ ਵਿੱਚ ਭਾਰਤੀ ਲੋਕਾਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਹੋ ਗਈ। 1857 ਈਸਵੀ ਤੋਂ ਮਗਰੋਂ ਇਹ ਚੇਤਨਾ ਪੈਦਾ ਹੋਈ। 1885 ਤੋਂ ਲੈ ਕੇ 1905 ਤੱਕ ਰਾਸ਼ਟਰਵਾਦੀ ਅੰਦੋਲਨ ਨੂੰ ਅਸੀਂ ਉਦਾਰਵਾਦੀ ਯੁੱਗ ਕਿਹਾ ਜਾਂਦਾ ਹੈ, ਕਿਉਂਕਿ ਇਹ ਲੋਕ ਬੇਟਾ ਰੂਲਸ, ਰੈਗੂਲੇਸ਼ਨ, ਸੰਵਿਧਾਨ ਇਹਨਾਂ ਚੀਜ਼ਾਂ ਨੂੰ ਮੰਨ ਕੇ ਚੱਲਦੇ ਸੀ, ਲੜਾਈ ਝਗੜੇ ਨਹੀਂ ਕਰਨਾ ਚਾਹੁੰਦੇ ਸੀ। ਇਹਨਾਂ ਰਸਤਿਆਂ ਰਾਹੀਂ ਹੀ, ਸੰਵਿਧਾਨਿਕ ਰਸਤੇ ਰਾਹੀਂ ਹੀ ਆਪਣੀ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਸੀ। ਗਵਰਨਰ ਜਨਰਲ ਲਾਰਡ ਰਿਪਨ ਨੇ ਭਾਰਤੀ ਲੋਕਾਂ ਨੂੰ ਅੰਗਰੇਜ਼ਾਂ ਦੇ ਬਰਾਬਰ ਦਰਜਾ ਦੇਣ ਲਈ ਇਲਬਰਟ ਬਿੱਲ ਪਾਸ ਕਰਾਉਣਾ ਚਾਹਿਆ, ਪਰ ਇਹ ਪਾਸ ਨਹੀਂ ਹੋ ਸਕਿਆ। ਸੋ ਇਸ ਤਰ੍ਹਾਂ ਤੁਸੀਂ ਇਹ ਚੈਪਟਰ ਦੇਖਿਆ। ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਇੰਨਾ ਲੰਬਾ ਸਮਾਂ ਮੇਰੇ ਨਾਲ ਬਣੇ ਰਹਿਣ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਬੇਟਾ। ਅਗਲੀ ਵੀਡੀਓ ਵਾਸਤੇ ਆਪਾਂ ਤੁਸੀਂ ਘਰੇ ਰਹਿ ਕੇ ਹੀ ਸੁਰੱਖਿਅਤ ਰਹਿ ਕੇ ਪੜ੍ਹਨਾ। ਥੈਂਕ ਯੂ ਵੈਰੀ ਮੱਚ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।